ਅੱਜ ਫਿਰ ਹਫ਼ਤਾਵਾਰੀ ਪ੍ਰੋਗਰਾਮ ਤੁਹਾਡੇ ਲੈ ਕੇ ਹਾਜ਼ਰ ਹਾਂ। ਸੋਚ ਦਾ ਸਫ਼ਰ ਅੱਜ 15 ਮਾਰਚ 2022 ਹੈ ਅਤੇ ਅੱਜ ਯਾਨੀ ਕਿ ਜਿਹੜਾ ਮੈਂ ਤੁਹਾਡੇ ਨਾਲ ਟੌਪਿਕ ਡਿਸਕਸ਼ਨ ਕਰਨਾ ਹੈਗਾ ਉਹ ਇਸ ਕਿਤਾਬ ਦਾ ਟਾਈਟਲ ਹੀ ਸੀਗਾ, ਉਹਦਾ ਨਾਮ ਹੈਗਾ ਸਫਲਤਾ ਦੇ ਭੇਦ। ਉਹ ਅੱਜ ਯਾਨੀ ਕਿ ਲਾਸਟ ਜਿਹੜਾ ਹੈਗਾ ਚੈਪਟਰ ਹੈਗਾ ਇਸ ਕਿਤਾਬ ਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਫਿਰ ਜਿਹੜੀ ਹੈਗੀ ਆ ਇੱਕ ਹੋਰ ਕੋਈ ਕਿਤਾਬ ਸ਼ੁਰੂ ਕਰਾਂਗੇ। ਮੈਂ ਇੱਥੇ ਯਾਨੀ ਕਿ ਇੱਕ ਵਾਰ ਫਿਰ ਤੁਹਾਡੇ ਸਾਰੇ ਕਾਲਰਸ ਦਾ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਅਤੇ ਬਹੁਤ ਵਡਮੁੱਲੇ ਸੁਜੈਸ਼ਨਸ ਵੀ ਜਿਹੜੇ ਹੈਗੇ ਦਿੱਤੇ ਆ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ। ਅਤੇ ਅੱਜ ਵੀ ਮੈਂ ਆਸ ਕਰਦਾ ਕਿ ਤੁਸੀਂ ਇਸ ਟੌਪਿਕ ਵਿੱਚ, ਇਸ ਡਿਸਕਸ਼ਨ ਦੇ ਵਿੱਚ, ਇਸ ਟੌਪਿਕ ਦੀ ਡਿਸਕਸ਼ਨ ਦੇ ਵਿੱਚ ਭਰਪੂਰ ਹਿੱਸਾ ਪਾਓਗੇ। ਸਾਡਾ ਟੈਲੀਫੋਨ ਨੰਬਰ ਜਿਹੜਾ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਮੇਰੇ ਟੌਪਿਕਸ ਹੁੰਦੇ ਹੈਗੇ ਆ, ਇਸ਼ੂਜ਼ ਹੁੰਦੇ ਹੈਗੇ ਆ, ਸਬਜੈਕਟਸ ਹੁੰਦੇ ਹੈਗੇ ਆ, ਉਹ ਸਮਾਜਿਕ ਮਸਲਿਆਂ ਨਾਲ ਕੰਸਰਨਡ ਹੁੰਦੇ ਹੈਗੇ ਆ। ਤੁਹਾਡੇ ਨਾਲ ਅਤੇ ਮੇਰੇ ਨਾਲ, ਆਪਣੇ ਸਾਰਿਆਂ ਸਮਾਜ ਦੇ ਨਾਲ ਉਹ ਕੰਸਰਨਡ ਹੁੰਦੇ ਹੈਗੇ ਆ। ਮੈਂ ਇੱਕ ਵਾਰੀ ਫਿਰ ਟੈਲੀਫੋਨ ਨੰਬਰ ਵੀ ਦੱਸ ਦੇਵਾਂ, ਜਿਹੜਾ ਕਿ ਸਾਡਾ ਇੰਗਲੈਂਡ ਦੇ ਵਿੱਚ, ਬ੍ਰਿਟਨ ਦੇ ਵਿੱਚ, UK ਵਿੱਚ ਜਿਹੜਾ ਟੈਲੀਫੋਨ ਨੰਬਰ ਹੈਗਾ ਉਹ 0300 770 2246 ਹੈ। ਅਤੇ ਜੇ ਅਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ, UK ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ, ਤਾਂ ਫਿਰ ਤੁਹਾਨੂੰ 0044 ਨੰਬਰ ਲਾਉਣਾ ਪਊਗਾ। ਮੈਂ ਜਿਹੜਾ ਹੈਗਾ ਇਸ ਕਿਤਾਬ ਦਾ ਜਿਹੜਾ ਅਖੀਰਲਾ ਚੈਪਟਰ ਹੈਗਾ ਮੈਂ ਉਹ ਪੜ੍ਹਦਾ ਹੈਗਾ, ਅਤੇ ਤੁਸੀਂ ਹੁਣ ਤੋਂ ਹੀ ਆਪਣਾ ਜਿਹੜਾ ਟੈਲੀਫੋਨ ਹੈਗਾ ਉਹ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਕਾਲ ਜਿਹੜੀਆਂ ਲਾਈਨ ਅਪ ਹੋ ਸਕਣ। ਕਿਉਂਕਿ ਬਾਅਦ ਵਿੱਚ ਕਈ ਵਾਰੀ ਟੈਲੀਫੋਨ ਜਾਣੀ ਕਿ ਜਦੋਂ ਆਉਂਦਾ ਹੈਗਾ ਅਤੇ ਤੁਸੀਂ ਨਿਰਾਸ਼ ਹੋਏ ਨਹੀਂ, ਕਿਉਂਕਿ ਤੁਹਾਨੂੰ ਟਾਈਮ ਨਹੀਂ ਮਿਲਦਾ। ਅਤੇ ਮੈਂ ਚਾਹੁੰਦਾ ਕਿ ਅੱਜ ਦੇ ਇਸ ਟੌਪਿਕ 'ਤੇ ਭਰਪੂਰ ਜਾਣੀ ਕਿ ਬਹਿਸ ਹੋਵੇ, ਕਿਉਂਕਿ ਜਿਹੜਾ ਸਫਲਤਾ ਹੈਗੀ ਉਹ ਆਪਾਂ ਹਰ ਇੱਕ ਜਿਹੜਾ ਬੰਦਾ ਹੈਗਾ ਉਹ ਚਾਹੁੰਦਾ ਸਫਲਤਾ, ਅਤੇ ਸਫਲਤਾ ਦੇ ਜਿਹੜੇ ਡੈਫੀਨੇਸ਼ਨ ਵੀ ਹੋ ਸਕਦਾ ਹਰ ਇੱਕ ਦੀ ਆਪਣੀ ਡਿਫਰੈਂਟ ਹੋਵੇ, ਵੱਖਰੀ ਵੱਖਰੀ ਹੋਵੇ। ਪਰ ਤੁਸੀਂ ਇਹਨੂੰ ਸਫਲਤਾ ਨੂੰ ਕਿੱਦਾਂ ਦੇਖਦੇ ਆ, ਵੀ ਇਹਦੇ ਕੀ ਸੀਕਰਟਸ ਕੀ ਹੈਗੇ ਆ, ਇਹਦੇ ਭੇਦ ਕੀ ਹੈ, ਇਹਦੇ ਕੀ ਇਨਗਰੀਡੀਅੰਟਸ ਹੈ ਜਿਹਦੇ ਨਾਲ ਆਪਾਂ ਸਫਲਤਾ ਲੈ ਸਕਦੇ ਹਾਂ। ਮੈਂ ਜ਼ਿਆਦਾ ਸਮਾਂ ਨਾ ਜਿਹੜਾ ਹੈਗਾ ਲੈਂਦਾ ਹੋਇਆ, ਤਾਂ ਮੈਂ ਇਹ ਚੈਪਟਰ ਜਾਣੀ ਕਿ ਪੜ੍ਹਦਾ ਤੁਹਾਡੇ ਨਾਲ। ਸਫਲਤਾ ਦੇ ਭੇਦ। ਜ਼ਿੰਦਗੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੀ ਕੀ ਤਰੱਦਦ ਕਰਨੇ ਪੈਂਦੇ ਹਨ, ਅਤੇ ਸਫਲਤਾ ਦੇ ਪੇਟ ਵਿੱਚ ਕਿਹੜੇ ਕਿਹੜੇ ਭੇਦ ਲੁਕੇ ਹੋਏ ਹਨ। ਇਹ ਸਵਾਲ ਸਾਨੂੰ ਮੁੱਢ ਕਦੀਮ ਤੋਂ ਹੀ ਘਰੇਦਾ ਰਿਹਾ ਹੈ। ਕਈ ਲੋਕ ਇਸੇ ਗੱਲ ਵਿੱਚ ਹੀ ਢੇਰੀ ਢਾਹ ਕੇ ਬੈਠ ਜਾਂਦੇ ਹਨ ਕਿ ਸਾਡੀ ਕਿਸਮਤ ਵਿੱਚ ਹੀ ਇਹ ਕੁਝ ਲਿਖਿਆ ਸੀ, ਅਤੇ ਫਿਰ ਕਿਸਮਤ ਨੂੰ ਕਿਵੇਂ ਬਦਲਿਆ ਜਾ ਸਕਦਾ। ਨਾਲੇ ਜੀ ਗੱਲ ਇਹ ਆ ਕਿ ਜੋ ਧੁਰ ਦਰਗਾਹੋਂ ਭਾਗਾਂ 'ਚ ਲਿਖਿਆ ਆਉਂਦਾ ਉਹ ਹੀ ਸਾਨੂੰ ਮਿਲਦਾ। ਇਹ ਵੀ ਕਿਹਾ ਜਾਂਦਾ ਕਿ ਅਸੀਂ ਤਾਂ ਪਿਛਲੇ ਜਨਮਾਂ ਦਾ ਫਲ ਭੋਗ ਰਹੇ ਹਾਂ। ਬੰਦਾ ਤਾਂ ਆਪਣੀ ਕਿਸਮਤ ਪਹਿਲਾਂ ਹੀ ਲਿਖਾ ਕੇ ਦੁਨੀਆ 'ਤੇ ਆਉਂਦਾ। ਇਹੋ ਜਿਹਾ ਰਲਦੇ ਮਿਲਦੇ ਟੋਟਕੇ ਅਸੀਂ ਆਮ ਸੁਣਦੇ ਹਾਂ। ਇਹ ਗੱਲਾਂ ਸਾਡੇ ਸਮਾਜ ਦਾ ਅਟੁੱਟਵਾਂ ਅੰਗ ਹਨ। ਜ਼ਰੂਰੀ ਨਹੀਂ ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਲੋਕ ਇਹਨਾਂ ਗੱਲਾਂ ਦੀ ਤਰਦੀਦ ਕਰਦੇ ਹੋਣ। ਇਹਨਾਂ ਧਾਰਨਾਵਾਂ ਦਾ ਅਗਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਨਤੀਜਾ ਬੇਵਸੀ ਹੀ ਸਾਹਮਣੇ ਆਉਂਦਾ ਹੈ ਕਿ ਸਾਡੇ ਹੱਥ ਵੱਸ ਕੁਝ ਨਹੀਂ, ਬਸ ਕਰਨ ਕਰਾਵਣਹਾਰ ਸੁਆਮੀ ਆ। ਬਸ ਇਸੇ ਕੁੰਡੀ ਵਿੱਚ ਹੀ ਸਾਰੇ ਪੌੜੇ ਦੀ ਜੜ੍ਹ ਲਪੇਟਾ ਪਾ ਕੇ ਬੈਠੀ ਹੋਈ ਹੈ। ਵਿਗਿਆਨਕ ਤਰੀਕੇ ਨਾਲ ਅਗਰ ਅਸੀਂ ਇਸ ਕੁੰਡੀ ਦੀਆਂ ਪਰਤਾਂ ਖੋਲ੍ਹੀਆਂ ਜਾਣ ਤਾਂ ਇਸ ਕੁੰਡੀ ਦਾ ਵਜੂਦ ਉੱਡ ਪੁੱਡ ਜਾਂਦਾ ਹੈ, ਅਤੇ ਇਸ ਕੁੰਡੀ ਨੂੰ ਲੁਕਣ ਲਈ ਥਾਂ ਨਹੀਂ ਲੱਭਦਾ। ਮੋਟਾ ਜਿਹਾ ਤਰਕ ਹੈ ਕਿ ਅਗਰ ਸਭ ਕੁਝ ਸਾਡੀ ਜ਼ਿੰਦਗੀ ਬਾਰੇ ਪਹਿਲਾਂ ਹੀ ਤੈਅ ਹੋਇਆ ਤਾਂ ਫਿਰ ਆਪਣਾ ਦਿਮਾਗ ਲੜਾਉਣ ਦੀ ਕੀ ਤੁੱਕ ਹੋਈ, ਕੋਈ ਕੰਮ ਕਰਨ ਦਾ ਵੀ ਕੀ ਮਕਸਦ ਹੋਇਆ। ਇਹ ਦਿਖਿਆ ਨਹੀਂ ਸੀ ਗੱਲਾਂ ਦਾ ਕੋਈ ਆਧਾਰ ਨਹੀਂ। ਇਹ ਗੱਲਾਂ ਧਾਰਨਾਵਾਂ ਅਤੇ ਵਿਸ਼ਵਾਸ ਜਿੱਥੇ ਸਾਨੂੰ ਕੰਮਚੋਰ, ਬੇਲੜ, ਨਖੱਟੂ ਅਤੇ ਨਪੁੰਸਕ ਬਣਾਉਂਦਾ ਹੈ, ਉੱਥੇ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਸਾਡੀ ਆਪਣੀ ਕੋਈ ਹੋਂਦ ਨਹੀਂ ਹੈ। ਅਸੀਂ ਮਾਨਸਿਕ ਤੌਰ 'ਤੇ ਚਾਰੇ ਪਾਸਿਓਂ ਗੁਲਾਮ ਹਾਂ, ਅਤੇ ਸਾਡੇ ਦਿਮਾਗਾਂ ਉੱਤੇ ਪੱਕੇ ਜਿੰਦਰੇ ਲੱਗੇ ਹੋਏ ਹਨ, ਅਤੇ ਉਹਨਾਂ ਜਿੰਦਰਿਆਂ ਦੀ ਚਾਬੀ ਕਿਸੇ ਅਦਿੱਖ ਗੈਬੀ ਸ਼ਕਤੀ ਨੂੰ ਮਨਾਉਣ ਲਈ ਅਸੀਂ ਦਿਨ ਰਾਤ ਟੱਲੀਆਂ, ਖੜਤਾਲਾਂ, ਛੈਣੇ, ਢੋਲਕੀਆਂ ਖੜਕਾ ਕੇ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਦਿਮਾਗੀ ਜਿੰਦਰੇ ਖੋਲ੍ਹ ਦੇ ਅਤੇ ਸਾਨੂੰ ਮਾਲਾ ਮਾਲ ਕਰ ਦੇ। ਇਹੋ ਜਿਹੀ ਮਾਨਸਿਕ ਅਵਸਥਾ ਇੱਕ ਸਿਰਫਿਰੀ ਤਾਂ ਹੋ ਸਕਦੀ ਹੈ, ਪਰ ਜਿਹਦੇ ਸਿਰ ਵਿੱਚ ਚਾਨਣ ਦੀਆਂ ਰਿਸ਼ਮਾਂ ਹੋਣ ਉਹ ਇਸ ਸਿਧਾਂਤ ਦੇ ਲਾਗੇ ਵੀ ਨਹੀਂ ਢੁਕੇਗਾ। ਇਸ ਅਗੰਮੀ ਸ਼ਕਤੀ ਦੇ ਸਿਧਾਂਤ ਨੂੰ ਮੰਨਣਾ
ਆਪਣੇ ਆਪ ਨੂੰ ਧੋਖੇ ਵਿੱਚ ਰੱਖਣ ਵਾਲੀ ਗੱਲ ਹੈ ਅਤੇ ਆਪਣੀ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰਨ ਵਾਲੀ ਵੀ। ਪਰ ਸਵਾਲ ਉੱਥੇ ਖੜਾ ਹੈ ਕਿ ਸਫਲਤਾ ਦਾ ਰਹੱਸ ਕੀ ਹੈ। ਥੋਮਸ ਅਲਵਾ ਐਡੀਸਨ, ਜੋ ਕਿ ਦੁਨੀਆ ਦਾ ਮਹਾਨ ਵਿਗਿਆਨੀ ਹੋਇਆ ਹੈ ਅਤੇ ਜਿਸ ਦੀਆਂ ਕਾਢਾਂ ਦੀ ਬਦੌਲਤ ਅਸੀਂ ਜ਼ਿੰਦਗੀ ਦੇ ਅਨੇਕਾਂ ਸੁੱਖ ਆਰਾਮ ਮਾਣ ਰਹੇ ਹਾਂ, ਦਾ ਕਹਿਣਾ ਹੈ ਕਿ ਸਫਲਤਾ ਦਾ ਰਹੱਸ ਮਿਹਨਤ ਵਿੱਚ ਲੁਕਿਆ ਹੋਇਆ ਹੈ। ਜਿਸ ਵੀ ਟੀਚੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਸੱਚੀ ਲਗਨ ਹੋਵੇ ਤਾਂ ਫਿਰ ਲੱਕ ਬੰਨ੍ਹ ਕੇ ਉਹਦੀ ਪ੍ਰਾਪਤੀ ਲਈ ਜੁਟ ਜਾਓ। ਸਿਰ ਸੁੱਟ ਕੇ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਸ਼ੁਰੂ ਕਰ ਦਿਓ। ਅਸੀਂ ਜ਼ਿੰਦਗੀ ਵਿੱਚ ਉਸ ਪੌੜੀ ਦੇ ਡੰਡੇ ਉੱਤੇ ਚੜ੍ਹਨ ਲਈ ਬਹੁਤ ਵਾਰ ਅਤੇ ਵਾਰ ਡਿੱਗਾਂਗੇ ਵੀ, ਪਰ ਲਗਾਤਾਰ ਮਿਹਨਤ ਨਾਲ ਇੱਕ ਦਿਨ ਐਸਾ ਆਵੇਗਾ ਕਿ ਅਸੀਂ ਉਸ ਪੌੜੀ ਦੀ ਚੋਟੀ ਦੇ ਡੰਡੇ 'ਤੇ ਪੈਰ ਰੱਖ ਕੇ ਮੁਸਕਰਾ ਰਹੇ ਹੋਵਾਂਗੇ। ਜੋ ਮਹਾਨ ਲੋਕਾਂ ਦੀਆਂ ਪ੍ਰਾਪਤੀਆਂ ਅਸੀਂ ਦੇਖਦੇ ਹਾਂ, ਉਹ ਚਾਹੇ ਕਿਸੇ ਵੀ ਖੇਤਰ ਵਿੱਚ ਹੋਣ, ਉਹ ਪਹਿਲੀ ਕੋਸ਼ਿਸ਼ ਨਾਲ ਨਹੀਂ ਸਨ ਮਿਲੀਆਂ। ਕਿੰਗ ਬਰੂਸ ਅਤੇ ਸਪਾਈਡਰ ਦੀ ਕਹਾਣੀ ਤੋਂ ਵੀ ਇਹੀ ਸਬਕ ਮਿਲਦਾ ਹੈ ਕਿ ਜਦ ਕਿੰਗ ਬਰੂਸ ਹਾਰਿਆ ਥੱਕਿਆ ਨਿਰਾਸ਼ ਹੋਇਆ ਬੈਠਾ ਸੀ ਤਾਂ ਮੱਕੜੀ ਨੂੰ ਆਪਣੇ ਟਿਕਾਣੇ 'ਤੇ ਪਹੁੰਚਣ ਦੀ ਜਦੋਜਹਿਦ ਕਰਦੇ ਦੇਖਣ ਲੱਗ ਪਿਆ ਕਿ ਉਹ ਕਿੰਨੀ ਵਾਰੀ ਮੂੰਹ ਭਾਰੇ ਡਿੱਗਦੀ ਰਹੀ, ਪਰ ਵਾਰ-ਵਾਰ ਪੱਕੀ ਧੁਨ ਅਤੇ ਲਗਨ ਨਾਲ ਕੋਸ਼ਿਸ਼ ਕਰਨ 'ਤੇ ਉਹ ਸਫਲ ਹੋ ਗਈ। ਇਸੇ ਗੱਲ ਨੇ ਕਿੰਗ ਬਰੂਸ ਨੂੰ ਹੌਸਲਾ ਦਿੱਤਾ ਅਤੇ ਉਹਦਾ ਮਨੋਬਲ ਕਾਇਮ ਹੋ ਗਿਆ ਅਤੇ ਅਖੀਰ ਵਿੱਚ ਉਹ ਲੜਾਈ ਜਿੱਤ ਗਿਆ। ਹਰ ਵਾਰ ਦੀ ਅਸਫਲਤਾ ਤੋਂ ਸਿੱਖਣ ਦੀ ਗੱਲ ਹੈ ਕਿ ਇਸ ਵਾਰ ਕੀ ਨੁਕਸ ਰਹਿ ਗਿਆ ਅਤੇ ਉਹਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ। ਮਨ ਦੀ ਪੱਕੀ ਧਾਰਨਾ ਹੋਣੀ ਬੜੀ ਜ਼ਰੂਰੀ ਹੈ ਅਤੇ ਇਸ ਧਾਰਨਾ ਦੇ ਬਲਬੂਤੇ ਉੱਤੇ ਅਸੀਂ ਔਖੇ ਪੰਧ ਨੂੰ ਸਰ ਕਰ ਜਾਵਾਂਗੇ। ਐਡੀਸਨ ਬਾਰੇ ਕਿਹਾ ਜਾਂਦਾ ਹੈ ਕਿ ਜਦ ਉਹ ਬਿਜਲੀ ਦੀ ਖੋਜ ਕਰ ਰਿਹਾ ਸੀ ਤਾਂ ਉਸ ਦੇ ਦੋਸਤ ਕਹਿੰਦੇ ਸਨ ਕਿ ਤੂੰ ਝੱਖ ਮਾਰ ਰਿਹਾ, ਜਿਸ ਬਲਬ ਦੀ ਤੂੰ ਖੋਜ ਕਰ ਰਿਹਾ ਉਹਦੀਆਂ ਕੋਈ ਨਿਸ਼ਾਨੀਆਂ ਦਿਸ ਨਹੀਂ ਰਹੀਆਂ। ਐਡੀਸਨ ਦਾ ਜਵਾਬ ਹੁੰਦਾ ਸੀ, ਇੱਕ ਦਿਨ ਉਸ ਚੀਜ਼ ਨੂੰ ਸਾਰਾ ਜੱਗ ਦੇਖੇਗਾ, ਬਸ ਥੋੜ੍ਹਾ ਸਬਰ ਕਰੋ। ਐਡੀਸਨ ਆਪਣੇ ਤਜਰਬਿਆਂ ਵਿੱਚ ਸੈਂਕੜੇ ਵਾਰ ਫੇਲ ਹੋਇਆ, ਪਰ ਇੱਕ ਦਿਨ ਉਹਨੇ ਐਸੀ ਸ਼ਕਤੀ ਦੀ ਖੋਜ ਕਰ ਮਾਰੀ ਜਿਸ ਤੋਂ ਬਗੈਰ ਅੱਜ ਇੱਕ ਪਲ ਵੀ ਜਿਉਂਦੇ ਨਹੀਂ ਰਹਿੰਦੇ। ਆਪਣੇ ਆਲੇ ਦੁਆਲੇ ਦੇਖੋ, ਕਿਹੜੀ ਐਸੀ ਚੀਜ਼ ਹੈ ਜਿਹੜੀ ਬਿਜਲੀ ਦੀ ਲਾਈਟ ਤੋਂ ਬਿਨਾਂ ਚੱਲਦੀ ਹੋਵੇ। ਮੈਂ ਦਿਨ ਰਾਤ ਐਡੀਸਨ ਨੂੰ ਨਮਸਕਾਰ ਕਰਦਾ ਕਿ ਤੂੰ ਅਸੀਂ ਅਜਿਹੀ ਚੀਜ਼ ਪੈਦਾ ਕਰ ਦਿੱਤੀ ਜਿਸ ਨੇ ਦੁਨੀਆ ਦੀ ਕਾਇਆ ਪਲਟ ਕੇ ਰੱਖ ਦਿੱਤੀ। ਮਿਹਨਤ ਬਾਰੇ ਮੈਂ ਇੱਕ ਹੋਰ ਮਹਾਨ ਵਿਗਿਆਨੀ ਆਲਬਰਟ ਆਇਨਸਟਾਈਨ ਦੀ ਗੱਲ ਵੀ ਸਾਂਝੀ ਕਰਨੀ ਚਾਹੁੰਦਾ ਕਿ ਆਇਨਸਟਾਈਨ ਹਿਸਾਬ ਦੇ ਵਿਸ਼ੇ ਵਿੱਚ ਮਹਾਨ ਨਲਾਇਕ ਸੀ ਅਤੇ ਉਹਦੇ ਸਾਥੀ ਉਹਦਾ ਮਖੌਲ ਉਡਾਇਆ ਕਰਦੇ ਸਨ। ਕਲਾਸ ਵਿਚਲੇ ਵਿਦਿਆਰਥੀ ਕਈ ਵਾਰ ਉਹਦੀ ਪਿੱਠ ਪਿੱਛੇ ਲਿਖ ਦਿਆ ਕਰਦੇ ਸਨ, ਇਹ ਗਧਾ ਹੈ ਅਤੇ ਇਹਦੇ ਦਿਮਾਗ ਵਿੱਚ ਤੂੜੀ ਭਰੀ ਹੋਈ ਹੈ। ਆਇਨਸਟਾਈਨ ਦੇ ਅਧਿਆਪਕ ਕਿਹਾ ਕਰਦੇ ਸਨ ਕਿ ਹਿਸਾਬ ਇਹਨੂੰ 7 ਜਨਮਾਂ ਵਿੱਚ ਵੀ ਨਹੀਂ ਆ ਸਕਦਾ। ਇਹਦੇ ਦਿਮਾਗ ਦੀ ਮੋਟੀ ਚਮੜੀ ਵਿੱਚ ਹਿਸਾਬ ਵਰਗਾ ਵਿਸ਼ਾ ਅੰਦਰ ਨਹੀਂ ਜਾ ਸਕਦਾ। ਪਰ ਆਇਨਸਟਾਈਨ ਨੇ ਹੌਲੀ ਹੌਲੀ ਲਗਾਤਾਰ ਸਵਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੱਕੀ ਧੁਨ ਵਾਲੇ ਆਇਨਸਟਾਈਨ ਦੀ ਮਿਹਨਤ ਇੱਕ ਦਿਨ ਰੰਗ ਲੈ ਆਈ ਅਤੇ ਉਹਨੂੰ ਹਿਸਾਬ ਸਮਝ ਆਉਣ ਲੱਗ ਪਿਆ। ਇਸ ਛੋਟੇ ਹੁੰਦਿਆਂ ਨਲਾਇਕ ਵਿਦਿਆਰਥੀ ਨੇ ਦੁਨੀਆ ਨੂੰ ਇਹੋ ਜਿਹੇ ਹਿਸਾਬ ਦੇ ਫਾਰਮੂਲੇ ਦਿੱਤੇ ਕਿ ਅੱਜ ਦੇ ਵਿਗਿਆਨੀ ਵੀ ਚਕਾਚੌਂਧ ਹੋ ਗਏ। ਸਫਲਤਾ ਦਾ ਰਹੱਸ ਇਸ ਵਿੱਚ ਵੀ ਹੈ ਕਿ ਸਾਡਾ ਟੀਚਾ, ਨਿਸ਼ਾਨਾ, ਮੰਜ਼ਿਲ ਬਹੁਤ ਸਪਸ਼ਟ ਹੋਵੇ ਕਿ ਕਿੱਥੇ ਪਹੁੰਚਣਾ ਹੈ। ਇਹ ਟੀਚਾ ਪੱਕ ਠੱਕ ਵਾਲਾ ਹੋਵੇ, ਨਾ ਕਿ ਹਵਾ ਵਿੱਚ ਤਲਵਾਰਾਂ ਮਾਰਨ ਵਾਲਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਡਾ ਮਨ ਕਿੰਤੂ ਪਰੰਤੂ ਨਾ ਕਰਦਾ ਹੋਵੇ। ਟੀਚੇ, ਨਿਸ਼ਾਨੇ, ਮੰਜ਼ਿਲ ਦਾ ਮਿਥਣਾ ਬਹੁਤ ਜ਼ਰੂਰੀ ਹੈ। ਛੋਟੀ ਜਿਹੀ ਉਦਾਹਰਨ ਨਾਲ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ। ਅਸੀਂ ਲੰਡਨ ਜਾਣਾ ਚਾਹੁੰਦੇ ਹਾਂ। ਹਾਂ, ਇਹ ਗੱਲ ਹਵਾ ਵਿੱਚ ਤਲਵਾਰਾਂ ਵਾਲੀ ਨਹੀਂ ਹੈ। ਹੁਣ ਇਸ ਟੀਚੇ ਉੱਤੇ ਪਹੁੰਚਣ ਲਈ ਸਾਰੀ ਜਾਣਕਾਰੀ ਇਕੱਠੀ ਕਰੋ ਕਿ ਬਰਮਿੰਘਮ ਤੋਂ ਲੰਡਨ ਕਿਵੇਂ ਜਾਇਆ ਜਾ ਸਕਦਾ, ਬੱਸ, ਰੇਲ, ਕਾਰ ਜਾਂ ਹਵਾਈ ਜਹਾਜ਼ ਰਾਹੀਂ। ਹੁਣ ਇਹ ਦੇਖਣਾ ਪਵੇਗਾ ਕਿ ਕਿਸ ਦਿਨ, ਕਿੰਨੇ ਵਜੇ ਅਤੇ ਕਿੱਥੇ ਪਹੁੰਚਣਾ ਹੈ ਅਤੇ ਇਸ ਸਾਰੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਹੁਣ ਆਪਣੀ ਜੇਬ ਵੱਲ ਧਿਆਨ ਦਿੱਤਾ ਜਾਵੇ ਕਿ ਕਿੰਨੇ ਪੈਸੇ ਖਰਚੇ ਜਾ ਸਕਦੇ ਹਨ ਅਤੇ ਉਹਨਾਂ ਪੈਸਿਆਂ ਦਾ ਬੰਦੋਬਸਤ ਕੀਤਾ ਜਾਵੇ। ਪੈਸੇ ਕਮਾਉਣ ਲਈ ਮਿਹਨਤ ਮਜ਼ਦੂਰੀ ਕਰਨੀ ਪਵੇਗੀ ਜਾਂ ਜੋੜੇ ਹੋਏ ਪੈਸਿਆਂ ਵਿੱਚੋਂ ਵਰਤਣੇ ਪੈਣਗੇ ਤਾਂ ਕਿ ਮਿੱਥੀ ਤਰੀਕ ਅਤੇ ਸਮੇਂ ਸਿਰ ਲੰਡਨ ਪਹੁੰਚਿਆ ਜਾ ਸਕੇ। ਇਸ ਸਾਰੇ ਕੰਮ ਲਈ ਸਾਡਾ ਟੀਚਾ ਬਿਲਕੁਲ ਸਪਸ਼ਟ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਸੀਂ ਬਾਕੀ ਓੜ-ਪੋੜ ਕੀਤੇ ਹਨ। ਜਦ ਗੱਲ ਬਰਫ਼ ਵਾਂਗ ਚਿੱਟੀ ਦਿਸਣ ਲੱਗ ਪਵੇ, ਫਿਰ ਮਹਾਂਭਾਰਤ ਦੇ ਨਾਇਕ ਅਰਜੁਨ ਵਾਂਗ ਤੀਰ ਚਲਾਉਣ ਵੇਲੇ ਉਹਨੂੰ ਫਿਰ ਮੱਛੀ ਹਿਲਦੀ ਹੋਈ ਨਹੀਂ ਦਿਸਦੀ, ਸਗੋਂ ਮੱਛੀ ਦੀ ਅੱਖ ਹੀ ਦਿਸਦੀ ਹੈ ਜਿਸ ਵਿੱਚ ਤੀਰ ਮਾਰ ਕੇ ਉਹਨੇ ਦ੍ਰੋਪਦੀ ਵਿਆਹ ਕੇ ਲਿਆਉਣੀ ਸੀ। ਮੰਜ਼ਿਲ ਦੀ ਪ੍ਰਾਪਤੀ ਲਈ ਯੋਜਨਾਬੱਧ ਤਰੀਕੇ ਨਾਲ ਅਭਿਆਸ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਜਿਸ ਇਨਸਾਨ ਕੋਲ ਕੋਈ ਅਨੁਸ਼ਾਸਨ ਨਹੀਂ, ਉਹ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਸਕਦਾ। ਜ਼ਿੰਦਗੀ ਦੇ ਟੀਚੇ ਆਵਾਗੌਣ ਤੁਰੇ ਫਿਰਦਿਆਂ ਹਾਸਲ ਨਹੀਂ ਹੁੰਦੇ। ਉਹਨਾਂ ਲਈ ਲਗਾਤਾਰ ਦਿਨ ਰਾਤ ਅਭਿਆਸ ਕਰਨਾ ਪੈਂਦਾ। ਅਸੀਂ ਫਿਰ ਉਹਨਾਂ ਟੀਚਿਆਂ ਬਾਰੇ ਇਸ ਤਰ੍ਹਾਂ ਖੁੱਭ ਜਾਂਦੇ ਹਾਂ
कि साडी बुद्धि उस टीचे ते ही केंद्रित हो जाती है। यही कारण है कि सूरज दीयां किरणां नूं जद वटदर्शी लेंस इकट्ठा करके कागज़ के बिंदु ते सट्टदा है तो कागज़ जल बल उठता है। साडी सारी दिमागी शक्ति इस केंद्रित बिंदु वांग ही काम कर लग पैंदी है। होर किसी चीज़ की सुध बुध भुल जाती है। बस उस टीचे प्राप्ति का भूत सिर उत्ते चढ़ जाता है। खांदे पींदे जागदे सौंदे बस उस टीचे में गुमसम हो जाते हाँ। ये सुख आराम देने वाली काढ़ां जां संसार दीयां हैरान करने वाली अहम प्राप्तियां इसे सूरत राही सानू मिलियां हन। पता नहीं उन्हां महान लोकां किन्ने जगराते कटे अते किन्नी सख्त मेहनत की, पर टीचे की प्राप्ति में मुग्ध रहे जब तक उन्होंने प्राप्त ना कर लिया। ये लगती गल है आत्म विश्वास की। टीचे प्राप्ति लई ये जरूरी है कि सानू अपने आप उत्ते पूर्ण विश्वास होवे कि ये काम करने की मेरे विच योग्यता भी है अते शक्ति भी। आत्म विश्वास का तिड़कना घातक सिद्ध हो सकता अते केंद्रित की शक्ति बिखर सकती है। आत्म विश्वास मनोबल नूं उच्चा चुकी रखता है अते ढाऊ विचारों तो दूर ले जाता है। चढ़ती कला विच रहना सानू उडू उडू महसूस कराउंदा है अते टीचे की प्राप्ति वाले राह नूं रला करता है। हैनरी फोर्ड का कहना है, जो इंसान ये सोचता कि मैं ये काम कर सकदा वो बिल्कुल ठीक है, अते जो ये कहता है कि मैं ये काम नहीं कर सकता वो भी 100% ठीक कहता है। गल साफ है कि पहले नूं अपने आप उत्ते पूर्ण यकीन है अते दूजे नूं अपने उत्ते यकीन बिल्कुल नहीं। मनोबल कायम रहने नाल असीं खिड़े रहंदे हां। साडा मानसिक तनाव खत्म हो जाता है। सानू नवे नवे तरीके सोचते हैं कि टीचे नूं किवें प्राप्त किया जा सकता। दिन रात सोचण करके साडा अद्धा सुता दिमाग हरकत में आके सानू राह दर्शाउंदा है। ये सारियां गल्लां सानू काम करने की शक्ति प्रदान करदियां हन। टीचे उत्ते पहुँचण वाली संबंधित समग्री इकट्ठी करने में सहायता मिलती है। ये ज्ञान समग्री साडा राह रचनाउंदी है, हौसला ਵਧਾਉਂਦੀ है, नवे ढंग तरीके समझाउंदी है अते इस मंजिल उत्ते पहुँचण लई की कीता जा सकदा। ਐਵੇਂ ਤਾਂ नहीं कहते कि रोम एक दिन में नहीं सी बन गया। जिंदगी की प्राप्ति लिए सुपने लेने पैंदे हैं। सुपने इस करके भी बड़े जरूरी हैं। मिथे टीचे वाले सुपने साड़ी मंजिल वाल वध रहे कदम होंदे हैं। जो भी संसार में बनाया खोजिया गया है इन्हां बारे सुपने लै गए सन। ये खाशां की पूर्ति के सुपने सन। राइट भरावां ने जब पंछियों नूं हवा में उड़ते देखा तो उन्होंने इच्छा प्रबल हो उठी कि इंसान भी हवा में उड़ारियां लावे। ये उन्होंने ख्यालों की उड़ारी सी जो एक दिन हवाई जहाज बनाने में सफल हो गई। छेकचड़ी वाले ख्याली पुलाव सानू किसी पासे नहीं लियाणगे। ये तो निकम्मे नखट्टूआं दीयां गल्लां हो निभणगीਆਂ जो किस्मत के खोखले सिद्धांत ते सारी उम्र रोंदे रहणगे। सानू अपने टीचे की प्राप्ति लिए चुंबकी खिच अते प्यार इहो जिहा होना चाहिए जिस तरह असीं अपनी जिंदगी नूं प्यार करते हाँ। ग्रैहम बैल बारे मशहूर है कि वह अपनी बेटी नूं बहुत प्यार करता सी। ग्रैहम बैल नूं समुद्री सफरां दा भी झल सी ते उस वेले वो अपनी प्यारी बेटी नूं नहीं सी मिल सकदा ते ना ही उहदे नाल गल करन दा कोई ढंग तरीका सी। इस प्यार की टीसी वाली मंजिल ने उन्होंने टैलीफोन आज़ाद करने लिए मजबूर कर दिता ताकि उस समुद्री सफ़र दौरान अपनी बच्ची नाल संपर्क रख सके। यही कारण है कि प्यार की शक्ति सब तो उत्तम शक्ति मनी जाती है। टीचे की प्राप्ति लिए भी प्यार की तीव्रता इहो जी होवे कि उहदे बिना पल भर भी जिया ना जा सके अते जब तक मिथे टीचे की प्राप्ति ना हो जाए मन नूं चैन ना आवे। उस टीचे की प्राप्ति लिए मन तड़प की अग में शूकदा होना चाहिए है। इन्हां सारियां गल्लां दी कुंजी समय नूं तरतीबवार अते असारू ढंग नाल वरतण विच है। जेकर असीं अपने कंमां नूं उन्हां दी महत्ता बारे तरतीब नहीं दिंदे अते अनुशासन का पालन करके मेहनत नहीं करते तो साडी तरक्की नहीं हो सकती। समय की कदर करने वाले अपनी मंजिलां होरां नालों पहलां पार कर जाते हैं। बीतिया समा कदे नहीं मुड़दा। साडा अनुशासन अते समय की पाबंदी सूरज वर्गी चाहिए है जो अपने काम लगा रहिंदा है। सूरज अपने फर्जां तो कदे नहीं खुंझदा। गल तां यह है कि 24 घंटिਆਂ ਨੂੰ ਵਰਤਣਾ ਕਿਵੇਂ ਹੈ। जब बाकी सुते पे होण अते तुसीं टीचे की प्राप्ति ਵੱਲ जुटे हुए हो तो तुसीं मंजिल अगाऊं ही प्राप्त कर लवोगे। मिथे टीचे असीं खुद सर करने हैं, किसी गैबी शक्ति ਵੱਲ आस लाया ये पूरे नहीं होणगे। ये तो सी जी मेरा ये लेख जिहड़ा मैं तुहाडे नाल साझा कीता, जिहड़ा कि इस किताब का ही आखिरी लेख सी। हैलो जी, कौन ते जी, कित्थों बोल रहे हैं जी? गुड इवनिंग डॉक्टर मल्होत्रा। हाय, हैलो जी, मधु जी की कहना चाहोगे? हाँ जी डॉक्टर मल्होत्रा, तुसीं ते सारे कवर कर दिते पॉइंट, कुछ रह नहीं गया पर रियली नाइस। तो मैं तो फिर यही ऐड करना चाहूँगी कि जिहड़ा असीं जब
ਕਿਸੇ ਏਮ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਤੇ ਉਹਨੂੰ ਅਸੀਂ ਸਟਰਗਲ ਨਾ ਕਹੀਏ, ਉਹਨੂੰ ਚੈਲੰਜ ਤੇ ਸਮਝ ਕੇ ਨਾ ਫੇਸ ਕਰੀਏ ਤੇ ਉਹ ਈਜ਼ੀ ਹੋ ਜਾਂਦੀ ਹੈ ਸਾਡੀ ਨਾ ਅੱਗੇ ਵਾਸਤੇ ਜਿਹੜਾ ਰਸਤਾ ਹੈਗਾ। ਜੇ ਤੁਸੀਂ ਸਟਰਗਲ ਕਹਿੰਦੇ ਰਹੇ ਤਾਂ ਫਿਰ ਨੈਗੇਟਿਵ ਥਿੰਕਿੰਗ ਆ ਜਾਂਦੀ ਹੈ ਉਹਦੇ ਵਿੱਚ। ਬਿਲਕੁਲ 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 ਕਿ ਵੀ ਜਾਂ ਫਿਰ ਅਸੀਂ ਸੋਚਦੇ ਰਹੀਏ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ, ਇਹ ਕੰਮ ਹੋਏਗਾ ਕਿ ਨਹੀਂ ਹੋਏਗਾ, ਉਹਦੇ 'ਚ ਵੀ ਅੜਚਨਾਂ ਆ ਜਾਂਦੀਆਂ ਨਾ ਕਿ ਇਸ ਕਰਕੇ ਪੋਜ਼ੀਟਿਵ ਥਿੰਕਿੰਗ ਮਸਟ ਹੈਗੀ। ਬਾਕੀ ਤੁਸੀਂ ਕਿਹਾ ਹੀ ਕਿ ਹਾਰਡ ਵਰਕ ਮਸਟ ਹੈ ਨਾ, ਹਾਰਡ ਵਰਕ ਤੇ ਹੋਣਾ ਹੀ ਚਾਹੀਦਾ ਨਾਲ ਨਾਲ। ਇਹ ਨਹੀਂ ਕਿ ਤੁਸੀਂ ਬਿਨਾਂ ਪੜ੍ਹਾਈ ਦੀ ਤਾਂ ਮਿਹਨਤ ਤੇ ਕਹਿ ਦਿਓ ਕਿ ਜੇ ਲੈ ਪਾਸ ਹੋਣਾ ਹੋ ਜਾਊਗਾ, ਰੱਬ ਦੇ ਹੱਥ ਹੈਗਾ ਹੈ ਨਾ, ਜਾਂ ਫਿਰ ਸਫਲ ਹੋਣਾ ਹੈਗਾ ਉਹ ਤਾਂ ਰੱਬ ਦੇ ਹੱਥ ਹੈਗਾ। ਪਰ ਜੇ ਤੁਸੀਂ ਮਿਹਨਤ ਕਰਕੇ ਫਿਰ ਵੀ ਸਫਲ ਨਹੀਂ ਹੁੰਦੇ ਤਾਂ ਤੁਹਾਨੂੰ ਇਸ ਚੀਜ਼ ਦਾ ਦੁੱਖ ਤੇ ਨਹੀਂ ਹੁੰਦਾ ਨਾ ਐਟਲੀਸਟ ਕਿ ਮੈਂ ਕਾਸ਼ ਮੈਂ ਮਿਹਨਤ ਕੀਤੀ ਹੁੰਦੀ ਤੇ ਮੈਨੂੰ ਉਹ ਜਿਹੜੀ ਮੈਂ ਜਿਸ ਵਾਸਤੇ ਸਫਲਤਾ ਵਾਸਤੇ ਇਹ ਜਿਹੜਾ ਮੈਂ ਏਮ ਰੱਖਿਆ ਸੀ ਉਹ ਮੇਰਾ ਪੂਰਾ ਨਹੀਂ ਹੋਇਆ ਹੈ ਨਾ। ਇਹ ਤਾਂ ਗੱਲ ਮਤਲਬ ਬਿਲਕੁਲ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ। ਅੱਛਾ, ਫਿਰ ਇੱਕ ਇਹ ਵੀ ਗੱਲ ਕਿ ਜਿਹੜੇ ਸਕਸੈਸਫੁਲ ਹੋਏ ਆ ਮਹਾਨ ਹਸਤੀਆਂ ਜਾਂ ਤੁਹਾਡੇ ਆਸ-ਪਾਸ, ਉਹਨਾਂ ਨੂੰ ਪੜ੍ਹੋ, ਉਹਨਾਂ ਨਾਲ ਹੈ ਨਾ ਜਾਣੋ, ਉਹਨਾਂ ਨੂੰ ਦੋਸਤੀ ਕਰੋ ਤੇ ਫਿਰ ਦੇਖੋ ਕਿ ਉਹਨਾਂ ਨੇ ਕਿਹੜੇ ਕਿਹੜੇ ਆਪਣੇ ਜੀਵਨ 'ਚ ਸਟਰਗਲ ਕੀਤੀ ਆ, ਕਿਸ ਤਰ੍ਹਾਂ ਉਹਨਾਂ ਨੇ ਸਟੈਪ ਲਏ ਕਿ ਉਹ ਸਫਲ ਬਣ ਗਏ ਨਾ। ਤੁਹਾਡੇ ਆਸ-ਪਾਸ ਕਿੰਨੇ ਮਿਲ ਜਾਂਦੇ ਆ ਇਸ ਤਰ੍ਹਾਂ ਦਿਖਦੇ ਨੇ ਕਿ ਕਿੱਥੇ ਉਹਨਾਂ ਕੋਲ ਕੁਛ ਵੀ ਨਹੀਂ ਸੀ, ਹੁਣ ਕਿੱਥੇ ਦੇ ਕਿੱਥੇ ਪਹੁੰਚੇ ਹੋਏ ਨੇ, ਪਰ ਉਹ ਬਸ ਇਮਾਨਦਾਰ ਹੋਣ, ਬੇਈਮਾਨੀ ਨਾਲ ਨਹੀਂ। ਜਿਨ੍ਹਾਂ ਨੇ ਪੈਸਾ ਬਣਾਇਆ, ਸਿਰਫ ਪੈਸਾ ਬਣਾਉਣਾ ਸਫਲ ਨਹੀਂ ਹੈ ਨਾ, ਇਹ ਤੇ ਗੱਲ ਹੈਗੀ। ਪਰ ਜਿਹੜੇ ਇੰਨੇ ਉੱਪਰ ਪਹੁੰਚ ਗਏ ਨੇ, ਇੰਨੇ ਵੱਡੇ ਵੱਡੇ ਦੁਨੀਆ 'ਚ ਉਹਨਾਂ ਦਾ ਨਾਮ ਹੋਇਆ। ਤੇ ਐਂਡ 'ਚ ਮੈਂ ਫਿਰ ਇਹੀ ਕਹਾਂਗੀ ਕਿ ਦੇਖੋ ਕਹਿੰਦੇ ਨਾ ਕਿ ਕੌਨਫੀਡੈਂਸ ਕਮਸ ਨਾਟ ਫਰੋਮ ਆਲਵੇਜ਼ ਬੀਇੰਗ ਰਾਈਟ, ਬਿਲਕੁਲ, ਬਟ ਨਾਟ ਫੇਅਰਿੰਗ ਟੂ ਬੀ ਰੋਂਗ। ਕਿ ਤੁਹਾਡਾ ਜਿਹੜਾ ਅੰਦਰ ਦਾ ਭਰੋਸਾ ਹੈਗਾ, ਆਤਮ ਵਿਸ਼ਵਾਸ ਹੈਗਾ, ਉਹ ਇਸ ਲਈ ਨਹੀਂ ਆਉਂਦਾ ਕਿ ਵੀ ਮੈਂ ਹਮੇਸ਼ਾ ਠੀਕ ਹੀ ਹੈਗਾ, ਪਰ ਇਸ ਕਰਕੇ ਆਉਂਦਾ ਕਿ ਇਸ ਗੱਲ ਤੋਂ ਕਦੀ ਨਾ ਡਰੋ ਕਿ ਮੈਂ ਸ਼ਾਇਦ ਗਲਤ ਵੀ ਹੋ ਸਕਦਾ ਹਾਂ ਹੈ ਨਾ। ਕਿ ਬਸ ਤੇ ਕਿਤੇ ਮੋਦੀ ਜੀ ਅਰਦਾਸ ਕਰਨ ਦੇ ਨਾਲ, ਜਾਣੀ ਕਿ ਜਾਂ ਵੀ ਮੈਂ ਉੱਥੇ ਫਲਾਨੀ ਜਗ੍ਹਾ ਚੜਾਵਾ ਚੜਾਊਂਗਾ, ਉਹਨਾਂ ਗੱਲ ਬਣ ਜੂ। ਉਹੀ ਤਾਂ ਮੈਂ ਤੁਹਾਨੂੰ ਕਿਹਾ ਨਾ ਕਿ ਇੱਕ ਸਟੂਡੈਂਟ ਹੈਗਾ ਵੀ ਕਹਿੰਦੇ ਪੜ੍ਹ ਲਓ ਪਾਸ ਨਹੀਂ ਲੈ, ਉਹ ਤਾਂ ਰੱਬ ਦੇ ਹੱਥ ਹੈਗਾ ਮੈਂ ਪਾਸ ਹੋਣਾ ਹੈ ਤੇ ਰੱਬ ਕਰ ਦੇਗਾ, ਫੇਲ ਹੋਣਾ ਰੱਬ ਕਰ ਦੇਗਾ। ਤੇ ਇਹ ਤਾਂ ਫਿਰ ਤੁਹਾਡੀ ਆਪਣੀ ਕਮਜ਼ੋਰੀ ਹੋਈ ਨਾ, ਬਹੁਤ ਵੱਡੀ ਕਮਜ਼ੋਰੀ ਹੋਈ, ਛੋਟੀ ਮੋਟੀ ਨਹੀਂ। ਕਿ ਤੁਸੀਂ ਆਪਣੇ ਮਿਹਨਤ ਤੇ ਨਹੀਂ ਤੁਸੀਂ ਵਿਸ਼ਵਾਸ ਕਰਨਾ ਹੈ ਨਾ। ਤੁਸੀਂ ਐਵੇਂ ਮੰਦਿਰਾਂ ਗੁਰਦੁਆਰਾ ਤੇ ਮਸਜਿਦਾਂ ਦੇ ਚੱਕਰ ਕੱਢੋ ਜਾਂ ਇੰਨੀ ਦੂਰ ਦੂਰ ਜਾ ਕੇ ਤੁਸੀਂ ਉਹ ਮੱਥਾ ਟੇਕਦੇ ਹੋ ਤੇ ਇਹ ਗੱਲ ਤੇ ਫਿਰ ਬਿਲਕੁਲ ਫਿਰ ਬਾਅਦ 'ਚ ਫਿਰ ਪਛਤਾਉਂਦੇ ਹੋ, ਲੈ ਫਿਰ ਦੂਸਰਿਆਂ ਦਾ ਮਜ਼ਾਕ ਵੀ ਬਣ ਜਾਂਦਾ ਹੈ ਨਾ। ਫਿਰ ਜਿਹੜੇ ਕਹਿੰਦੇ ਪਹਿਲਾਂ ਲਿਖਿਆ ਆ, ਪਹਿਲਾਂ ਸਾਡੇ ਲਿਖਿਆ ਕਿਸਮਤ ਵਿੱਚ, ਉਹਦੇ ਬਾਰੇ ਕੀ ਖਿਆਲ ਹੈ? ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਫਿਰ ਉਹ ਰੋਂਦੇ ਵੀ ਤੇ ਹੈ ਸਾਰੀ ਉਮਰ ਫਿਰ ਹੈ ਨਾ। ਕਿ ਉਹੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਜੇ ਤੁਸੀਂ ਮਿਹਨਤ ਕਰਕੇ ਸਫਲ ਹੁੰਦੇ ਹੋ ਤੇ ਤੁਹਾਨੂੰ ਨਹੀਂ ਫਿਰ ਉਹੀ ਤੁਹਾਡਾ ਗੋਲ ਨਹੀਂ ਮਿਲਦਾ, ਐਟਲੀਸਟ ਤੁਹਾਨੂੰ ਦੁੱਖ ਨਹੀਂ ਹੁੰਦਾ ਹੈ ਨਾ। ਮੈਂ ਇਹ ਨਹੀਂ ਕਹਾਂਗੀ ਕਿ ਮਧੂ ਤੂੰ ਮਿਹਨਤ ਨਹੀਂ ਕੀਤੀ ਹੁਣ ਕਿਉਂ ਰੋ ਰਹੀ ਹੈ ਨਾ, ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮਧੂ ਤੂੰ ਮਿਹਨਤ ਕੀਤੀ, ਚੱਲ ਹੋਰ ਅੱਗੇ ਹੋਰ ਕਰ ਲਈ, ਠੀਕ ਹੈ ਨਾ। ਕਿ ਮੈਨੂੰ ਉਸ ਚੀਜ਼ ਦੀ ਪਛਤਾਵਾ ਨਹੀਂ ਹੋਏਗਾ। ਦੈਟਸ ਦ ਵਰਡ ਆਈ ਵਾਸ ਲੁਕਿੰਗ ਫॉर। ਕਈ ਬਾਬੇ ਕਹਿੰਦੇ ਲੈ ਮੈਂ ਤੇਰਾ ਜਿਹੜਾ ਹੈਗਾ ਟੇਵਾ ਟੂਵਾ ਲਾਣਾ ਜਾਂ ਕਿ ਤੇਰਾ ਮੈਂ ਟੂਣਾ ਟਾਣਾ ਕੋਈ ਕਰ ਦਿੰਦਾ, ਉਹਨਾਂ ਗੱਲ ਬਣ ਜਾਊ। ਬਿਲਕੁਲ ਜੀ, ਟੋਨੇ ਵਾਲੇ ਜਿਹੜੇ ਹੈਗੇ ਨਾ ਘੁੰਮ ਰਹੇ ਨੇ ਇੱਥੇ, ਉਹਨਾਂ ਦੀ ਲਾਈਫ ਵੀ ਦੇਖ ਲਓ ਤੁਸੀਂ ਕੀ ਹੋਈ ਹੈ। ਕਿ ਉਹਨਾਂ ਨੂੰ ਇਹ ਨਹੀਂ ਯਕੀਨ ਆਉਂਦਾ ਕਿ ਅਸੀਂ ਆਪਣੀ ਮਿਹਨਤ ਕੀਤੀ ਸੀ ਜਾਂ ਤੁੱਕਾ ਲੱਗ ਗਿਆ। ਉਹਨਾਂ ਨੂੰ ਕਿਹਾ ਉਹ ਨਹੀਂ, ਅਸੀਂ ਤਵੀਜ਼ ਬੰਦੀ ਸੀ ਨਾ, ਜਿਹੜਾ ਟੋਨਾ ਕੀਤਾ ਸੀ ਤਾਂ ਸਾਡਾ ਕੰਮ ਬਣ ਗਿਆ। ਅੱਛਾ। ਤੇ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਨਾ ਕੈਂਸਰ ਹੈਗੇ ਨੇ ਸੱਚੀ, ਮੈਂ ਇਹੀ ਵਰਡ ਯੂਜ਼ ਕਰਾਂਗੀ। ਕਿ ਫਿਰ ਦੂਸਰੇ ਨੂੰ ਵੀ ਤੁਸੀਂ ਡਿਸਕਰੇਜ ਕਰਦੇ ਹੋ, ਮਿਹਨਤ ਕਰਦੇ ਹੋ ਨਾ। ਉਹ ਕਹਿੰਦੇ ਨਾ ਮਿਹਨਤ ਨਾ ਕਰ, ਜਾਂ ਉੱਥੇ ਜਾ ਕੇ ਉਹ ਇੰਨੇ ਪੈਸੇ ਚੜਾ ਦੇ, ਉਸ ਬਾਬੇ ਕੋਲ ਹੋਇਆ, ਉਹਦੇ ਕੋਲ ਉਹ ਫਿਰ ਇੱਕ ਗੱਲ ਹੈ ਨਾ, ਫਿਰ ਬਾਬਿਆਂ ਦੇ ਵਿਚਾਰੇ ਦੇ ਬਿਜ਼ਨਸ ਰੁਕ ਜਾਣਗੇ ਨਾ। ਕਹਿੰਦੇ ਕਈ ਬਾਬੇ ਬੜੇ ਪਹੁੰਚੇ ਆ, ਤੁਹਾਡਾ ਕਦੀ ਵਾਸਤਾ ਪਿਆ ਕਿਸੇ ਬਾਬੇ ਨਾਲ? ਮੈਂ ਨਹੀਂ ਕਦੇ, ਮੈਂ ਤਾਂ ਬਲਕਿ ਮਜ਼ਾਕ ਬਣਾਇਆ ਤੇ ਮੈਂ ਤਾਂ ਗਾਲਾਂ ਪਈਆਂ ਉੱਪਰੋਂ।
ਮੈਂ ਬਰਾਬਰ ਮੇਰੀ ਫੈਮਿਲੀ ਤੋਂ ਸ਼ੁਰੂ ਤੋਂ ਅਸੀਂ ਜੋ ਕੁਝ ਦੇਖਿਆ ਬਚਪਨ 'ਚ ਕਦੇ ਇਸ ਗੱਲ 'ਚ ਤੁਹਾਨੂੰ ਯਾਦ ਹੈ ਉਹ ਕਰੇ ਉਹ ਕਿੱਥੇ ਸਾਊਥ ਔਰ ਦੁੱਧ ਚੜਾਓ ਤੇ ਉਹ ਗਣੇਸ਼ ਜੀ ਪੂਰਾ ਦੁੱਧ ਪੀ ਰਹੇ ਨੇ। ਹਾਂਜੀ ਹਾਂਜੀ ਹਾਂਜੀ। ਤੇ ਆਈ ਟੁਕ ਮਾਈ ਗਰਲਸ ਕਿ ਜਿਹੜਾ ਵੀ ਤੁਹਾਨੂੰ ਵਿਸ਼ ਕਰਨੀ ਹੈ ਜੇ ਤੁਹਾਡਾ ਉਹ ਦੁੱਧ ਪੀਤਾ ਗਿਆ ਤੇ ਛੋਟੇ ਛੋਟੇ ਸੇ ਬੱਚੇ ਕਿ ਮਮ ਦਿਖਾ ਕੇ ਲਿਆਓ ਸਾਰੀ ਦੁਨੀਆ ਉੱਥੇ ਜਿਹੜੀ ਲਾਈਨ ਲੱਗੀ ਹੋਈ ਸੀ ਡਾਕਟਰ ਮਲਹੋਤਰਾ ਆਈ ਕਾਂਟ ਟੈਲ ਯੂ। ਤੇ ਮੈਂ ਉਹਨਾਂ ਨੇ ਇਹ ਕਿਹਾ ਕਿ ਇਟਸ ਮੇਡ ਆਫ ਜਿਹੜਾ ਉਹ ਮਾਰਬਲ ਹੈਗਾ ਸੰਗਮਰਮਰ ਜਿਹੜਾ ਹੁੰਦਾ ਉਹ ਪਾਣੀ ਵੀ ਸੋਖਦਾ ਸਿਰਫ ਦੁੱਧ ਨਹੀਂ ਸੋਖਦਾ। ਐਬਸੋਲੂਟਲੀ ਐਬਸੋਲੂਟਲੀ। ਉੱਥੇ ਜਿਹੜੇ ਡਾਕਟਰਸ ਸੋਲਿਸਟਰਸ ਲਾਈਨ 'ਚ ਲੱਗੇ ਹੋਏ ਐਂਡ ਮੈਂ ਹਸਪੀਟਲ ਵਿੱਚ ਬਾਅਦ 'ਚ ਬੱਚੇ ਐਡਮਿਟ ਕਰਨ ਲੱਗੇ ਯਸ ਮਮ ਯੂ ਆਰ ਰਾਈਟ। ਤੁਹਾਨੂੰ ਆਪਣੀ ਮਿਹਨਤ ਭਰੋਸਾ ਨਹੀਂ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਹੈ ਉਹੀ ਲੋਕੀ ਜਾਂਦੇ ਨਾ ਜਿਨ੍ਹਾਂ ਨੂੰ ਆਪਣੇ ਤੇ ਭਰੋਸਾ ਨਹੀਂ ਹੈ। ਥੈਂਕ ਯੂ ਮਧੂ ਜੀ। ਦੈਟਸ ਵਾਟ ਆਈ ਥਿੰਕ। ਓਕੇ ਮਧੂ ਜੀ ਬਹੁਤ ਬਹੁਤ ਮਿਹਰਬਾਨੀ। ਗੁੱਡ ਲੱਕ ਐਂਡ ਥੈਂਕਸ ਅਗੇਨ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਥੈਂਕ ਯੂ। ਇਹ ਤਾਂ ਸੀ ਜੀ ਮਧੂ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਂਝੇ ਕੀਤੇ। ਬੜਾ ਕੁਛ ਅਸੀਂ ਡਰਾਮੇ ਕਰਦੇ ਹਾਂ ਜਿਹੜਾ ਹੈਗਾ ਦਹੀਂ ਸਵੇਰ ਨੂੰ ਖਾ ਕੇ ਜਾਇਆ ਜੀ ਫਿਰ ਗੱਲ ਬਣਨੀ ਆ। ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਅੱਜ ਜਿਹੜਾ ਆਪਣੀ ਕਿਤਾਬ ਸਫਲਤਾ ਦੇ ਭੇਦ ਹਾਂਜੀ ਹਾਂਜੀ ਉਹਦੀ ਸਮਾਪਤੀ ਕਰ ਰਹੇ ਹੋ ਪਰ ਦੇਖੋ ਆਪਨੇ ਬਿਆਨ ਵੀ ਕਰ ਦਿੱਤਾ ਵੀ ਸਫਲਤਾ ਕਿੱਦਾਂ ਹਾਸਲ ਹੁੰਦੀ ਹੈ। ਬਿਲਕੁਲ ਬਿਲਕੁਲ। ਪਰ ਉਹ ਇਦਾਂ ਹੈਗੀ ਆ ਵੀ ਜਿਹੜਾ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਆ ਹਾਂ ਹਾਂ ਕਿਸਮਤਵਾਦ ਆ ਪਿਛਲੇ ਜਨਮਾਂ ਦਾ ਫਲ ਆ ਇਹ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਬਿਲਕੁਲ ਬਿਲਕੁਲ। ਪਰ ਇਦਾਂ ਹੈਗੀ ਆ ਵੀ ਫਿਰ ਜਿਸ ਵੇਲੇ ਇਸ ਤਰ੍ਹਾਂ ਹੁੰਦੀ ਹੈ ਤਾਂ ਕੋਈ ਨਾ ਕੋਈ ਮਾਰਗਦਰਸ਼ਨ ਕਰਦਾ। ਹਾਂ ਜਿਸ ਤਰ੍ਹਾਂ ਆਪਨੇ ਜ਼ਿਕਰ ਵੀ ਕੀਤਾ ਵੇ ਵੱਖ-ਵੱਖ ਖੇਤਰਾਂ ਵਿੱਚ ਮਾਰਗਦਰਸ਼ਨ ਕੀਤੇ ਆ। ਪਰ ਮੈਂ ਅੱਜ ਇੱਕ ਜ਼ਿਕਰ ਕਰਨਾ ਚਾਹੁੰਦਾ ਇੱਕ ਮਹਾਨ ਵਿਅਕਤੀ ਦਾ। ਹਾਂਜੀ ਹਾਂਜੀ। ਉਹ ਅੱਜ ਦੇ ਦਿਨ ਪੈਦਾ ਹੋਇਆ ਸੀ 15 ਮਾਰਚ 1934 ਨੂੰ। ਹਾਂਜੀ ਹਾਂਜੀ ਹਾਂਜੀ। ਮਾਨਵਰ ਕਾਂਸ਼ੀ ਰਾਮ। ਬਿਲਕੁਲ ਮੈਂ ਉਹਨਾਂ ਦਾ ਜ਼ਿਕਰ ਕਰਨਾ ਸੀ ਤੇ ਮੈਂ ਕਹਿੰਦਾ ਵੀ ਗੱਲ ਕਿਤੇ ਉਧਰ ਨੂੰ ਤੁਰਨਾ ਪਵੇ ਵਿੱਚੇ ਨੇ ਸਭ ਕੁਝ। ਪਹਿਲਾਂ ਤਾਂ ਇਹ ਹੈਗੀ ਆ ਵੀ ਉਹ ਉਸ ਸਮਾਜ ਦੇ ਵਿੱਚ ਪੈਦਾ ਹੋਇਆ ਸੀ। ਬਿਲਕੁਲ ਬਿਲਕੁਲ। ਦੇਖੋ ਕਿੰਨੀ ਉਹਨਾਂ ਦੀ ਬੁਰੀ ਹਾਲਤ ਹੈ। ਇਦਾਂ ਹੀ ਇਦਾਂ ਹੈ ਕਿਉਂਕਿ ਜਿਸ ਵੇਲੇ ਉਹਨੇ ਵਿੱਦਿਆ ਪ੍ਰਾਪਤ ਕਰ ਲਈ 1956 ਚ ਉਹਨੇ BSc ਕੀਤੀ ਸੀ ਰੋਪੜ ਦੇ ਕਾਲਜ। ਹਾਂਜੀ ਹਾਂਜੀ ਹਾਂਜੀ। ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜੌਬ ਮਿਲੀ ਪਰ ਜਿਸ ਵੇਲੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਡਾਕਟਰ ਅੰਬੇਡਕਰ ਦੀ ਕਿਤਾਬ ਚੋਂ। ਬਿਲਕੁਲ ਬਿਲਕੁਲ। ਐਨਹੀਲੇਸ਼ਨ ਆਫ ਕਾਸਟ ਦੇ ਵਿੱਚ। ਬਿਲਕੁਲ ਉਹ ਸਾਰੀ ਰਾਤ ਹੀ ਪੜ੍ਹਦੇ ਰਹੇ ਹੋ। ਯੈਸ ਯੈਸ। ਤੇ ਉਹ ਪੜ੍ਹ ਕੇ ਦੇਖੋ ਉਹਨੇ ਜਾਣੀ ਮਤਲਬ ਉਹਨੇ ਫਿਰ ਸਾਰਾ ਪ੍ਰੋਗਰਾਮ ਬਣਾਇਆ ਵੀ ਮੈਂ ਦੇਖੋ ਆਮ ਉੱਥੇ ਜਿਹੜੇ ਕੀ ਕਰਦੇ ਬਿਊਰੋਕਰੈਟ ਉਹ ਪ੍ਰਾਪਰਟੀ ਬਣਾਉਣ ਲੱਗ ਪੈਂਦੇ ਇਦਾਂ ਹੀ ਇਦਾਂ ਪੈਸਾ ਇਕੱਠਾ ਕਰਨ ਲੱਗ ਪੈਂਦੇ ਪਰ ਉਹਨੇ ਕਿਹਾ ਵੀ ਮੈਂ ਮਤਲਬ ਹੈ ਇੱਥੇ ਜਿਹੜਾ ਪਰਿਵਰਤਨ ਵਾਸਤੇ ਸਾਰਾ ਜੀਵਨ ਲਾਵਾਂਗਾ। ਇਦਾਂ ਕੀਤੀ ਵੀ ਇਦਾਂ ਹੀ ਉਹਨਾਂ ਨੇ ਫਿਰ ਸਾਰੀ ਉਮਰ। ਤੇ ਦੇਖੋ ਵੀ ਉਹਨੇ ਪਾਰਨ ਕੀਤਾ ਵੀ ਮੈਂ ਨਾ ਸ਼ਾਦੀ ਕਰਾਵਾਂਗਾ ਨਾ ਪੈਸਾ ਕੋਈ ਪ੍ਰਾਪਰਟੀ ਬਣਾਵਾਂਗਾ ਸਾਰਾ ਉਹਨੇ ਇੱਧਰ ਹੀ ਲਾਤਾ। ਇਦਾਂ ਹੀ ਇਦਾਂ ਹੀ। ਫਿਰ ਤੁਸੀਂ ਦੇਖੋ ਵੀ ਉਹਨੀ ਜਾਣੀ ਜਗ੍ਹਾ ਜਗ੍ਹਾ ਉਹ ਕਹਿੰਦੇ ਸੀ ਬਈ ਜੇ ਸੰਘਰਸ਼ ਕਰੋਗੇ ਤਾਂ ਸਫਲਤਾ ਜ਼ਰੂਰ ਮਿਲੇਗੀ। ਇਦਾਂ ਹੀ ਇਦਾਂ ਹੈ। ਬਿਲਕੁਲ ਉਹਨੇ ਉਹ ਕਰਕੇ ਦਿਖਾ ਦਿੱਤਾ। ਬਿਲਕੁਲ ਦਿਖਾਇਆ। ਯੈਸ ਯੈਸ ਯੈਸ। 40 ਸਾਲ ਦੀ ਉਮਰ ਦੇ ਨਾਲ ਉਹਨੂੰ ਤੁਸੀਂ ਦੇਖੋ ਵੀ ਉਹਨੇ ਇੱਕ ਚੁਣੌਤੀ ਦਿੱਤੀ। ਉਹਨੇ ਕਿਹਾ ਵੀ ਡਾਕਟਰ ਅੰਬੇਡਕਰ ਨੇ ਤਾਂ ਤੁਹਾਨੂੰ ਇਹ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਪਰ ਤੁਸੀਂ ਵੋਟਾਂ ਵੇਚਦੇ ਹੋ। ਬਿਲਕੁਲ ਬਿਲਕੁਲ। ਉਹਨੇ ਕਿਹਾ ਵੀ ਇਹਦੇ ਨਾਲ ਤਾਂ ਤੁਸੀਂ ਸ਼ਾਸਕ ਬਣ ਸਕਦੇ ਹੋ। ਹਾਂਜੀ ਬਿਲਕੁਲ ਬਿਲਕੁਲ। ਜਾਣੀ ਉਹ ਤੁਸੀਂ ਦੇਖੋ ਵੀ ਅੱਜ ਜੋ ਕੋਈ ਭਾਰਤ ਦੇ ਵਿੱਚ ਉਥਲ ਪੁਥਲ ਹੋ ਰਹੀ ਆ ਉਹਨਾਂ ਦੀ ਸੋਚ ਕਰਕੇ ਹੋ ਰਹੀ ਹੈ। ਇਦਾਂ ਹੀ ਬਿਲਕੁਲ ਬਿਲਕੁਲ। ਇੱਕ ਉੱਥੇ ਗਲਤ ਪ੍ਰਚਾਰ ਕੀਤਾ ਜਾਂਦਾ। ਦੇਖੋ ਜਦ ਤੁਹਾਨੂੰ ਵੋਟ ਦਾ ਅਧਿਕਾਰ ਮਿਲ ਗਿਆ ਵੀ ਇਹਨਾਂ ਵਰਤ ਕੇ ਤਾਂ ਤੁਸੀਂ ਸ਼ਾਸਕ ਬਣ ਸਕਦੇ। ਇਦਾਂ ਹੀ ਜੀ ਇਦਾਂ ਹੈ। ਕਈ ਲੋਕ ਉੱਥੇ ਕਹਿੰਦੇ ਨੇ ਜੀ ਵੋਟਾਂ ਨਹੀਂ ਅਸੀਂ ਤਾਂ ਹਥਿਆਰ ਚੱਕਣੇ ਆ। ਉਹ ਦੇਖੋ ਸਰਕਾਰ ਕੋਲ ਤਾਂ ਬਹੁਤ ਹਥਿਆਰ ਆ। ਹਥਿਆਰ ਉਹਨਾਂ ਕੋਲ ਤਾਂ ਆਰਮੀ ਹੈ ਜੀ ਵੱਡੀ ਏਡੀ ਵੱਡੀ। ਯੈਸ। ਇਸ ਕਰਕੇ ਲੋਕਾਂ ਨੂੰ ਸਮਝ ਚਾਹੀਦੀ ਹੈ। ਹਾਂਜੀ ਹਾਂਜੀ। ਔਰ ਅੱਜ ਮੈਂ ਜ਼ਰੂਰ ਇੱਥੇ ਤੁਹਾਡੇ ਚੈਨਲ ਤੇ ਦੱਸਣਾ ਚਾਹੁੰਦਾ ਵੀ ਦੇਖੋ ਪੰਜਾਬ ਦੇ ਵਿੱਚ ਕੀ ਹੋਇਆ। ਇਦਾਂ ਹੀ ਹੈ ਜੀ। ਖੁੰਝਾ ਫੇਰ ਦਿੱਤਾ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਦੇਖੋ ਵੀ ਜਿਹੜੇ ਲੋਕ ਕਹਿੰਦੇ ਸੀ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਅਮਰਿੰਦਰ ਸਿੰਘ ਵਰਗੇ ਬਿਲਕੁਲ ਔਰ ਬਾਦਲ ਹੁਣੀ ਦੇਖੋ ਜੱਦੇ ਐਨ ਝਾੜੂ ਨਾਲ ਸਾਫ਼ ਕਰ ਦਿੱਤੇ। ਝਾੜੂ ਵਾਲੇ ਨੇ ਝਾੜੂ ਨਾਲ ਸਾਫ਼ ਕਰਤੇ ਸਭ ਕੁਝ ਸਾਰੇ। ਨਹੀਂ ਉਹ ਇਸ ਕਰਕੇ ਹੋਇਆ ਵੀ ਮਾਨਵਰ ਕਾਂਸ਼ੀ ਰਾਮ ਨੇ ਸਮਝਾਇਆ ਵੀ ਵੋਟ ਦੀ ਬਹੁਤ ਵੱਡੀ ਤਾਕਤ ਹੈ। ਇਦਾਂ ਹੀ ਹੈ ਜੀ ਇਦਾਂ ਹੈ। ਅੱਜ ਮੈਂ ਉਹਨਾਂ ਦੇ ਜਾਨੀ ਜਨਮ ਦਿਨ ਤੇ ਬਹੁਤ ਵਧਾਈ ਦਿੰਦਾ। ਤੁਹਾਨੂੰ ਵੀ ਬਹੁਤ ਸਾਰੀਆਂ ਵਧਾਈਆਂ। ਹਾਂ ਜੈ ਭੀਮ ਜੈ ਭਾਰਤ। ਸਾਰੇ ਜਗਤ ਨੂੰ ਬਹੁਤ ਸਾਰੀਆਂ ਵਧਾਈਆਂ। ਹਾਂਜੀ ਤੁਸੀਂ ਯਾਨੀ ਕਿ ਕੀ ਕਹਿਣਾ ਚਾਹੁੰਦੇ ਸਫਲਤਾ ਦੇ ਭੇਦ ਬਾਰੇ ਕਿਉਂਕਿ ਮੈਂ ਕਾਂਸ਼ੀ ਰਾਮ ਹੋਣਾ ਬਾਰੇ ਅਖੀਰ 'ਚ ਗੱਲ ਕਰਨੀ ਸੀਗੀ ਕਿਉਂਕਿ ਨਹੀਂ ਤਾਂ ਫਿਰ ਇੱਕ ਪਾਸੇ ਗੱਲ ਨਹੀਂ ਤਾਂ ਸਬਜੈਕਟ ਜਿਹੜਾ ਹੈਗਾ ਉਹ ਜਿਹੜਾ ਇੱਕ ਪਾਸੇ ਹੋ ਜਾਂਦਾ।
ਤੁਸੀਂ ਯਾਨੀ ਕਿ ਕਿੱਦਾਂ ਸੋਚਦੇ ਹੈਗੇ ਸਫਲਤਾ? ਤੁਸੀਂ ਵੀ ਜ਼ਿੰਦਗੀ ਵਿੱਚ ਬਹੁਤ ਸਫਲ ਹੋਏ ਹੋਗੇ, ਤੁਸੀਂ ਪੜ੍ਹਾਈ ਕੀਤੀ ਆਪਣੀ, ਇੱਥੇ ਆਣ ਕੇ ਨੌਕਰੀ ਕੀਤੀ ਹੈ, ਬਿਜ਼ਨਸ ਕੀਤਾ ਹੋਊਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਰੀਸ਼। ਅਵਤਾਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਫਲਤਾ ਦੇ, ਯਾਨੀ ਕਿ ਵਾਟ ਆਰ ਦੀ ਸੀਕ੍ਰੇਟਸ ਆਫ ਸਕਸੈਸ? ਦੇਖੋ ਜੀ, ਸੀਕ੍ਰੇਟਸ ਆਫ ਸਕਸੈਸ ਤਾਂ ਇਹ ਹੈ ਵੀ ਆਪਣਾ ਟੈਲੀਵਿਜ਼ਨ ਬੰਦ ਕਰ ਲਓ ਅਵਤਾਰ ਜੀ। ਸੌਰੀ ਹਾਂਜੀ ਹਰੀਸ਼, ਜਿਹੜਾ ਸੀਕ੍ਰੇਟਸ ਆਫ ਸਕਸੈਸ ਨੇ ਨਾ, ਹਾਂਜੀ ਹਾਂਜੀ, ਇਹ ਮੈਂ ਓਬਵੀਅਸਲੀ ਵੀ ਆਲ ਨੋ ਵੀ ਤੁਹਾਡਾ ਜਿਹੜਾ ਕਲਚਰ ਆ, ਤੁਹਾਡੀ ਬੈਕਗਰਾਉਂਡ ਆ, that has a major part to play as well. Absolutely, yes, yes. ਤੁਹਾਡੀ ਘਰ ਦੀ এনवायरमेंट ਆ, ਪੇਰੈਂਟਸ ਤੋਂ ਜਾਂ ਸਰਾਊਂਡਿੰਗ ਏਰੀਆਜ਼ ਨੇ, ਉਸ ਤੋਂ ਬੜਾ ਇਫੈਕਟ ਕਰਦਾ। ਜਿਹੜਾ ਤੁਸੀਂ ਕਿਹਾ ਸੀਗੇ ਪਹਿਲਾਂ ਵੀ ਜਿਹੜੇ ਰਿਲੀਜੀਅਸ ਥਿੰਕਿੰਗ ਪ੍ਰੋਸੈਸਿਸ ਨੇ ਜਾਂ ਤੁਹਾਡੇ ਕਲਚਰਲ ਥਿੰਕਿੰਗ ਪ੍ਰੋਸੈਸਿਸ ਨੇ, ਉਹ ਜਿਹੜੇ ਆਪਣੀ ਬੈਕਗਰਾਉਂਡ ਆ ਮੇਨਲੀ ਉਹ ਇਹ ਹੈ ਵੀ ਵੀ ਬਿਕਮ ਸਬਆਰਡੀਨੇਟਸ। ਵੀ ਜਿਹੜੇ ਸਾਡੇ ਲਈ ਸਾਡੀਆਂ ਡਿਸੀਜਨਸ ਨੇ, ਅਸੀਂ ਦੂਸਰਿਆਂ ਨੂੰ ਕਹਿੰਦੇ ਆ ਵੀ ਉਹ ਰਿਸਪੌਂਸਿਬਲ ਨੇ ਸਾਡੀਆਂ ਡਿਸੀਜਨਸ ਨੇ। ਬਿਲਕੁਲ। ਜਦੋਂ ਅਸੀਂ ਸਾਡਾ ਮਾਈਂਡ ਸੈਟ ਉਹ ਹੋ ਜਾਂਦਾ ਵੀ ਬਿਕਮ ਸਬਆਰਡੀਨੇਟਸ ਤੇ ਅਸੀਂ ਫਿਰ ਡਿਸੀਜਨ ਨਹੀਂ ਲੈ ਸਕਦੇ। ਜੇ ਫਿਰ ਸਾਡੀਆਂ ਜਿਹੜੀਆਂ ਡਿਵੈਲਪਮੈਂਟ ਵੀ ਹੁੰਦਾ, ਕੋਈ ਅਚੀਵਮੈਂਟ ਹੁੰਦੀ ਆ ਮਾੜੀ ਮੋਟੀ, ਮੈਂ ਸਕਸੈਸ ਨਹੀਂ ਕਹਿੰਦਾ, ਮੈਂ ਅਚੀਵਮੈਂਟ ਕਹਿਣਾ, ਤੇ ਜੇ ਅਚੀਵਮੈਂਟ ਹੁੰਦੀ ਆ ਜਾਂ ਫੇਲੀਅਰ ਹੁੰਦਾ, ਤੁਸੀਂ ਫਿਰ ਕਹਿੰਦੇ ਉਹ ਪਤਾ ਹੀ ਸੀ ਇਹ ਤਾਂ ਹੋਣਾ, ਜਿੱਦਾਂ ਸਾਡੀ ਕਿਸਮਤ 'ਚ ਲਿਖਿਆ ਹੋਇਆ। ਜਿੱਦਾਂ ਮੁਸਲਮਾਨ ਕਹਿ ਦਿੰਦੇ ਨੇ ਅੱਲਾ ਦਾ ਨਾਂ ਲੈ ਕੇ, ਸਿੱਖ ਗੁਰੂਆਂ ਦਾ ਨਾਂ ਲੈ ਕੇ, ਹਿੰਦੂ ਰਾਮ ਦਾ ਨਾਂ ਲੈ ਕੇ, ਸੋ ਔਨ ਵਟ ਐਵਰ ਦ ਥਿੰਗ ਇਜ਼। ਤੇ ਉਹ ਫਿਰ ਨਾ ਕਹਿੰਦੇ ਨੇ ਵੀ ਉਹਨੂੰ ਚਲੋ ਉਹਦੀ ਜਿੱਦਾਂ ਉਸਨੂੰ ਮਨਜ਼ੂਰ ਸੀ ਉਹ ਹੋ ਗਿਆ, ਠੀਕ ਨਹੀਂ। ਸੋ ਆਪਣੀ ਰਿਸਪੌਂਸਿਬਿਲਿਟੀ ਨਹੀਂ ਲੈਂਦੇ। ਸੋ ਪਹਿਲੀ ਤਾਂ ਗੱਲ ਜਿਹੜਾ ਕਲਚਰ ਹੈ, ਉਹ ਕਲਚਰ ਦੇ ਵਿੱਚੋਂ ਤੁਸੀਂ ਕਿੱਦਾਂ ਨਿਕਲਦੇ ਹੋ। ਐਂਡ ਸਮ ਆਫ ਅਸ ਆਰ ਵੈਰੀ ਲੱਕੀ ਕਿ ਸਾਡੇ ਜਿਹੜੇ ਪੇਰੈਂਟਸ ਸੀਗੇ ਵੈਨ ਦੇ ਸਟਰਗਲਡ, ਤੇ ਉਹਨਾਂ ਨੇ ਉਸ ਸਟਰਗਲ ਦੇ ਵਿੱਚ ਡਿਫਰੈਂਟ ਕਲਚਰ ਹੈ, ਡਿਫਰੈਂਟ ਉਹਨਾਂ ਦਾ ਵੈਲਿਊ ਸਿਸਟਮ ਬਣ ਗਿਆ, ਤੇ ਉਹਨਾਂ ਨੇ ਉਹ ਜਿਹੜੇ ਉਹਨਾਂ ਦੇ ਡਿਜ਼ਾਇਰ ਸੀਗੇ ਕੁਛ, ਤੇ ਹੋ ਸਕਦਾ ਨਾ ਅਚੀਵ ਕਰ ਸਕਦੇ ਹੋਣ, ਮਗਰ ਉਹਨਾਂ ਨੇ ਜਿਹੜੇ ਵੈਲਿਊਜ਼ ਸਾਡੇ ਵਿੱਚ ਇਨਕਲਕੇਟ ਕਰਤੇ, ਬੱਚਿਆਂ ਵਿੱਚ ਇਨਸਟਿਲ ਕਰਤੇ, এনवायरमेंट ਉਸ ਕ੍ਰੀਏਟ ਕਰਨ ਦੇ ਨਾਲ, ਉਦਾਂ ਦੀ এনवायरमेंट ਕ੍ਰੀਏਟ ਕਰਨਾ। ਹੁਣ ਦੇਖੋ ਅੱਜ ਜਿਹੜੇ ਸਾਨੂੰ ਚੈਲੰਜਸ ਨੇ ਇਸ ਮੁਲਕ ਵਿੱਚ, ਉਹ ਡਿਫਰੈਂਟ ਨੇ ਐਜ਼ ਕੰਪੇਅਰ ਟੂ ਵੈਨ ਵੀ ਕੇਮ। ਬਿਲਕੁਲ ਬਿਲਕੁਲ। ਹੁਣ ਜਦੋਂ ਅਸੀਂ ਮੈਂ ਆਈ ਬੀਨ ਹੇਅਰ ਓਵਰ 50 years ਨਾਓ, ਜਦੋਂ ਅਸੀਂ ਆਏ ਆ ਸਾਨੂੰ ਚੈਲੰਜਸ ਬਹੁਤ ਸੀਗੇ। ਜੇ ਅਸੀਂ ਕਹੀਏ ਵੀ ਸਾਨੂੰ, ਜੇ ਅਸੀਂ ਸਕਸੈਸ ਭੁੱਲ ਜਾਈਏ ਵੀ ਸਾਡੇ ਪੈਰਾਂ ਤੇ ਸਾਡੇ ਲੈਪ ਤੇ ਆ ਕੇ ਗਿਰ ਜਾਏਗੀ, ਜਾਂ ਗੱਲਾਂ ਨਾਲ ਰੌਲਾ ਪਾਉਣ ਨਾਲ ਸਾਨੂੰ ਸਕਸੈਸ ਹੋ ਜਾਵਾਂਗੇ, ਜਾਂ ਇੱਕ ਚੀਜ਼ ਲੈ ਕੇ ਸਾਡੇ 'ਚ ਬੜਾ ਕੌਨਫੀਡੈਂਸ ਆ ਜੀ ਸਾਡੇ ਸਕਸੈਸਫੁਲ ਹੋ ਜਾਵਾਂਗੇ, ਨੋ, ਏਦਾਂ ਨਹੀਂ ਸਕਸੈਸ ਹੁੰਦੀ। ਸਕਸੈਸ ਹੁੰਦੀ ਹੈ ਵੀ ਤੁਸੀਂ ਪਹਿਲੀ ਗੱਲ ਐਨਾਲਾਈਜ਼ ਕਰਦੇ ਹੋ ਕੀ ਕਰਦੇ ਹੋ, ਤੇ ਤੁਹਾਨੂੰ ਓਪਰਚੁਨਿਟੀਜ਼ ਕਿੰਨੀਆਂ ਹੈਗੀਆਂ ਨੇ, ਤੇ ਉਹਦੇ ਵਿੱਚ ਤੁਸੀਂ ਐਕਸਪਲੋਰ ਕਰਦੇ ਹੋ ਵੀ ਮੈਂ ਕੀ ਕਰਨਾ ਹੈਗਾ, ਠੀਕ ਨਹੀਂ। ਹੁਣ ਆਈ ਕੈਨ ਬ੍ਰਿੰਗ ਔਨ ਮਾਈ ਓਨ ਸਿਚੁਏਸ਼ਨ ਇਹਦੇ ਵਿੱਚ। ਤੇ ਜਦੋਂ ਅਸੀਂ ਵੈਨ ਆਈ ਵਾਜ਼ ਆਲਵੇਜ਼ ਇੰਟਰਸਟਿਡ ਇਨ ਐਜੂਕੇਸ਼ਨ, ਤੇ ਜਦੋਂ ਤੁਸੀਂ ਫਿਰ ਇੱਥੇ ਐਜੂਕੇਸ਼ਨ ਲਿੱਤਾ, ਯੂ ਫਾਈਂਡ ਯੂ ਸਪੈਂਡ ਟਾਈਮ, ਐਨਰਜੀ, ਕਮਿਟਮੈਂਟ ਤੁਹਾਡੀ ਹੋਣੀ ਚਾਹੀਦੀ ਹੈ, ਐਂਡ ਸੈਕਰੀਫਾਈਸ, ਬਿਕੋਜ਼ ਯੂ ਸੈਕਰੀਫਾਈਸ ਯੂਰ ਨੋਰਮਲ ਸੈਲਫ, ਨੋਰਮਲ এনवायरमेंट ਨੂੰ, ਜਾਂ ਜਿਹੜੀ ਤੁਹਾਡੀ ਡੇ ਟੂ ਡੇ ਲਿਵਿੰਗ ਹੁੰਦੀ ਆ, ਤੇ ਤੁਸੀਂ ਕਹਿੰਦੇ ਮੈਂ ਤਾਂ ਠੀਕ ਹੈ ਤਨਖਾਹ ਮਿਲਦੀ ਹੈ ਤੇ ਆਪਾਂ ਆਰਾਮ ਨਾਲ ਕਰੀ ਜਾਂਦੇ ਆ ਕੰਮ, ਬਟ ਯੂ ਗੋਟ ਟੂ ਸੈਕਰੀਫਾਈਸ ਦੈਟ ਐਂਡ ਡਾਇਵਰਜ ਫਰੋਮ ਦੈਟ ਕੰਫਰਟ ਜ਼ੋਨ ਐਂਡ ਗੋ ਐਂਡ ਡੂ what you want to do। ਬਿਲਕੁਲ, ਠੀਕ ਨਹੀਂ। ਐਜੂਕੇਸ਼ਨ ਦੀ ਗੱਲ ਕਰਦੇ ਆਪਾਂ, ਹਾਂ ਬਿਲਕੁਲ, ਯੂ ਹੈਵ ਦੀ ਰਾਈਟ ਐਜੂਕੇਸ਼ਨ। ਜਦੋਂ ਤੁਹਾਡੇ ਕੋਲ ਰਾਈਟ ਐਜੂਕੇਸ਼ਨ ਆ ਜਾਂਦੀ ਹੈ, ਯੂ ਗੈਟ ਏ ਜੌਬ, ਠੀਕ ਨਹੀਂ। ਜਦੋਂ ਉਹ ਤੁਹਾਡੇ ਕੋਲ ਜੌਬ ਆਉਂਦੀ ਹੈ, ਦੈਨ ਵਾਟ ਡੂ ਯੂ ਸੇ, ਯੂ ਡੋਂਟ ਸਿਟ ਔਨ ਇਟ, ਬਿਕੋਜ਼ ਤੁਹਾਡਾ ਵੈਲਿਊ ਸਿਸਟਮ ਇਵੋਲਵ ਹੋ ਰਿਹਾ ਹੈਗਾ। ਇਹ ਨਹੀਂ ਵੀ ਇੱਕ ਤੁਹਾਡਾ ਵੈਲਿਊ ਸਿਸਟਮ ਹੈਗਾ ਉੱਥੇ ਤੁਸੀਂ ਸਟੈਟਿਕ ਹੈਗੇ ਹੋ, ਤੁਸੀਂ ਇਵੋਲਵ ਕਰ ਰਹੇ ਹੋ ਆਪਣੇ ਥਿੰਕਿੰਗ ਪ੍ਰੋਸੈਸ ਨਾਲ ਵੀ ਇਹਦੇ ਵਿੱਚ ਮੈਂ what do I do, am I satisfied as normal teaching, do you want to move on up the ladder, ਠੀਕ ਨਹੀਂ, do you want to bring in changes, purpose ਕੀ ਹੈ ਟੀਚਿੰਗ ਦਾ, you analyze that, ਤੇ ਫਿਰ ਤੁਸੀਂ ਪ੍ਰੋਗਰੈਸ ਕਰਦੇ ਹੋ। ਪ੍ਰੋਗਰੈਸ ਇਹ ਨਹੀਂ ਵੀ ਰੌਲਾ ਪਾ ਕੇ ਕਹਿੰਦੇ ਮੈਂ ਕਰਨਾ। ਸਮ ਪੀਪਲ ਸੇ ਵੀ ਮੈਂ ਤੇ ਕੁਆਲੀਫਿਕੇਸ਼ਨ ਲੈ ਲਾਂ, ਇਹ ਕਰ ਲਵਾਂ, ਨੋ, ਇਟਸ ਨਾਟ ਦੈਟਸ ਨਾਟ ਦੀ ਓਨਲੀ ਰੀਜ਼ਨ। ਫਿਰ ਤੁਸੀਂ ਕੀ ਕਰਦੇ ਹੋ ਵੀ ਯੂ ਹੈਵ ਟੂ ਡੂ certain things, courses and in-service training that makes you capable even better than people around you। ਬਿਲਕੁਲ ਬਿਲਕੁਲ। ਆਪਣੀ ਗੱਲ ਆਪਾਂ ਆਪਣੇ ਲੋਕਾਂ ਦੀ ਗੱਲ ਕਰਦੇ ਹਾਂ ਵੀ ਇਫ ਯੂ ਸੇ ਆਪਣੇ ਆਪ ਕਹਿੰਦੇ ਸੀ ਕਿ ਯਾਰ ਸਾਡੀਆਂ ਕੁਆਲੀਫਿਕੇਸ਼ਨ ਸੇਮ ਨੇ ਤੇ ਉਹਨੂੰ ਅਪਰਚੁਨਿਟੀ ਮਿਲਦੀ ਆ, ਸਾਨੂੰ ਨਹੀਂ ਮਿਲਦੀ, ਉਹਦੇ ਨਾਲ ਕੁਝ ਨਹੀਂ ਬਣਨਾ। ਵਾਟ ਆਰ ਯੂ ਡੂਇੰਗ so that you become better than that person। then ਜਦੋਂ ਤੁਸੀਂ ਏਦਾਂ ਹੁੰਦੇ ਹੋ, ਫਿਰ ਤੁਹਾਡੀ ਜੇ ਫੇਲੀਅਰ ਵੀ ਹੋਏਗੀ, doesn't matter,
You do not always shout about failure, but ਤੁਹਾਡਾ goal ਕੀ ਆ? Success ਜਿਹੜਾ ਤੁਸੀਂ ਲਫ਼ਜ਼ ਕਰਦੇ use ਕੀਤਾ, successful ਕਿੱਦਾਂ ਹੋਣਾ ਮੈਂ, ਠੀਕ ਨਹੀਂ? Then you keep working at it. How do I go about being successful? Rather than negative mindset ਤੁਹਾਡਾ ਹੋਵੇ, it has to convert into or change into a positive mindset. And ਜਦੋਂ ਤੁਹਾਡਾ positive mindset ਹੋਏਗਾ, ਜਦੋਂ ਤੁਸੀਂ knowledge ਮਿਲੇਗੀ, ਤੁਹਾਡੀ self esteem automatically बढ़ती जाएगी, because you have knowledge, more knowledge than people you sit with, you socialize with, ठीक नहीं? Not arrogance. Don't arrogance. ਜਦੋਂ ਤੁਹਾਡੇ ਚ arrogance ਆ ਗਈ, you are finished. ਠੀਕ ਨਹੀਂ? ਤੋ ਜਦੋਂ ਤੁਹਾਡੇ self esteem ਆਉਂਦੀ ਆ, ਤੇ ਨਾਲ ਤੁਹਾਡੇ ਆਉਂਦਾ confidence. ਬਿਲਕੁਲ ਬਿਲਕੁਲ. And when you have self esteem and confidence, that is the driving force. ਉਹਦੇ ਨਾਲ ਕਮਿਟਮੈਂਟ ਤੁਸੀਂ ਕਰਦੇ ਹੋ, and you move up the ladder. But arrogance ਕਦੇ ਨਹੀਂ ਹੋਣੀ ਚਾਹੀਦੀ. ਤੁਹਾਡਾ ਜਿਹੜਾ goal ਆ, goal very clear ਹੋਣਾ ਚਾਹੀਦਾ ਤੁਹਾਨੂੰ. But in achieving that goal, you got to see so many people, you got to be a good listener, good decision maker, and when you make your decision, deliver those decisions. ਕਈ ਵਾਰੀ modify ਕਰਨਾ ਪੈਂਦਾ, because we are learning all the time. ਨਹੀਂ ਜੇ ਕਹਾਂ ਵੀ ਮੈਂ ਇਹ ਸੋਚ ਲਿਆ ਮੈਂ ਇਹੀ ਕਰਨਾ, वो भी ठीक नहीं है. You evaluate yourself, all that self-evaluation. Absolutely. So, brother, dedication, commitment, continuous improvement, सब कुछ होना चाहिए. And at the end of the day, तुसी life च कदे भी success नहीं होंगे, momentarily तो success होती है, ठीक नहीं? But that life goes on. तुसी उसको भी further improve करी जाने हो. बिल्कुल बिल्कुल. This is in my field in education. ठीक है. And ਤੁਹਾਨੂੰ ਪਤਾ ਹੈਗਾ ਕਿੰਨੀ ਸਾਡੇ ਤੇ discrimination ਸੀਗੀ. ਬਿਲਕੁਲ ਬਿਲਕੁਲ. Being my own background as a Sikh, then Sikh wearing a pug, you know, and then you just move on, but you do not consider that as a negativity. बिल्कुल. You have self-esteem and the self-confidence. You consider that as a positive aspect. So why should you be ashamed of what you are? बिल्कुल बिल्कुल. So it's a culture, it's a fighting culture, fighting with inverted commas मैं कहना हैगा. तो the strength ਜਿਹੜੀ ਹੈਗੀ ਆ, it comes from within. बिल्कुल. Not by roll up on all, but by, as I said, by improving yourself continuously and meeting people like you in a life. Thank you very much, Harish. Thank you अवतार जी, बहुत बहुत मेहरबानी, बहुत मेहरबानी. ਇਹ ਤਾਂ ਸੀ ਮੇਰੇ ਵੀਰ ਅਵਤਾਰ ਮੰਗਟ ਹੋਣੀ, ਹੈ ਟੀਚਰ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਂਝੇ ਕੀਤੇ. ਤੁਸੀਂ ਵੀ ਟੈਲੀਫੋਨ ਕਾਲ ਕਰਕੇ ਸਾਨੂੰ ਆਪਣੇ ਵਿਚਾਰ ਦੱਸ ਸਕਦੇ ਆ. ਤੁਹਾਡੇ ਖਿਆਲ ਅਨੁਸਾਰ ਜਿਹੜੀ ਸਫਲਤਾ ਹੈਗੀ ਆ ਉਹ ਕਿੱਦਾਂ ਮਿਲਦੀ ਹੈ? ਸਫਲਤਾ ਲਈ ਤੁਸੀਂ ਕੀ ਕੋਸ਼ਿਸ਼ ਕੀਤਾ? ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮਾਨ ਸਾਹਿਬ, ਤੁਸੀਂ ਇਹਨੂੰ ਕਿੱਦਾਂ ਦੇਖਦੇ ਆ? ਦੇਖੋ ਜੀ, ਬੰਦੇ ਦੇ ਵਿੱਚ ਪਹਿਲੇ ਤੇ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਕਿਸੇ ਚੀਜ਼ ਨੂੰ ਪਾਉਣ ਦੇ ਲਈ, ਕਿਉਂਕਿ ਬੱਚਾ ਜਦੋਂ ਬੱਚਾ ਜੰਮਦਾ ਹੀ ਆ, ਅਗਰ ਉਹਨੂੰ ਕੋਸ਼ਿਸ਼ ਨਾ ਕਰੇ ਤਾਂ ਖੜ ਨਹੀਂ ਸਕਦਾ। ਬਿਲਕੁਲ ਬਿਲਕੁਲ। ਕਿਉਂਕਿ ਬੱਚੇ ਦੇ ਵਿੱਚ ਇੱਕ ਖਾਸ਼ ਹੁੰਦੀ ਹੈ ਦੂਸਰਿਆਂ ਵੱਲ ਦੇਖ ਕੇ ਕਿ ਮੈਂ ਜਿੱਦਾਂ ਇਹ ਤੁਰਦੇ ਉਦਾਂ ਹੀ ਤੁਰਨਾ ਮੈਂ। ਜੇ ਉਹੀ ਬੱਚਾ ਕਿਤੇ ਨਾ ਤੁਸੀਂ ਉਹਦੇ ਮੂਹਰੇ ਕੋਈ ਚੀਜ਼ ਇਦਾਂ ਦੀ ਨਾ ਹਰਕਤ ਕਰੋ ਤਾਂ ਉਹ ਬੱਚਾ ਤੁਰ ਨਹੀਂ ਸਕਦਾ ਕਦੇ ਵੀ। ਤੇ ਜਿਹੜੀ ਚੀਜ਼ ਹੈ ਕਿ ਦੂਸਰੀ ਹੈਗੀ ਕਿਸਮਤ ਤੇ ਅਸੀਂ ਭਰੋਸਾ ਕਰਦੇ ਆ। ਉਹ ਫਰਜ਼ ਕਰ ਲਓ, ਇੱਕ ਬੱਚਾ ਉਹਨੇ MA ਪਾਸ ਕਰਨੀ ਆ, ਅਗਰ ਉਹ ਕਿਸਮਤ ਤੇ ਭਰੋਸਾ ਕਰਕੇ ਉਹ ਕਿਤਾਬਾਂ ਤੇ ਪੂਜਾ ਪਾਠ ਕਰਨ ਲੱਗ ਪਵੇ ਤਾਂ ਕਦੇ MA ਪਾਸ ਨਹੀਂ ਕਰ ਸਕਦਾ, ਨਾ ਕੋਈ ਡਿਗਰੀ ਲੈ ਸਕਦਾ। ਇਹ ਤਾਂ ਮਾਨ ਸਾਹਿਬ ਕਈ ਕਹਿੰਦੇ ਨਗ ਨੂੰ ਕੋਈ ਜਿਹੜਾ ਹੁੰਦਾ ਕੋਈ ਉਹ ਵੀ ਚੱਲਦਾ ਚੱਕਰ ਉਹਨਾਂ ਨਗ ਨਾਲ। ਜਿਹੜੇ ਨਗ ਪਾਉਂਦੇ ਆ ਨਾ, ਜੇ ਉਹ ਨਗ ਪਾਏ ਤੇ ਉਹਨਾਂ ਨੂੰ ਸਾਰਾ ਕੁਝ ਮਿਲਦਾ ਹੋਵੇ ਤਾਂ ਦੁਨੀਆ ਦੀਆਂ PhD ਕਰ ਲੈਣ ਤਾਂ ਸਾਰੀਆਂ ਉਹਨਾਂ ਕੋਲ ਆ ਜਾਣ। ਕਿਉਂਕਿ ਮੈਨੂੰ ਯਾਨੀ ਕਿ ਨਾਗ ਲੱਭਾ ਨਹੀਂ, ਮੈਂ ਤਾਂ ਜਿਹੜਾ ਹੈਗਾ 1600 18 ਘੰਟੇ ਪੜ੍ਹਦਾ ਰਿਹਾ। ਇੱਕ ਮੇਰੇ ਕੋਲ ਨਾਗ ਹੈਗਾ, ਉਹ ਤੁਹਾਨੂੰ ਮੈਂ ਭੇਜ ਦਾਂਗਾ। ਉਹ ਹੈ ਕੋਸ਼ਿਸ਼। ਕੋਈ ਵੀ ਚੀਜ਼ ਬਿਨਾਂ ਕੋਸ਼ਿਸ਼ ਤੋਂ ਨਹੀਂ ਮਿਲਦੀ, ਆਦਮੀ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਤੇ ਇਹ ਜਿਹੜੀ ਚੀਜ਼ ਹੈਗੀ ਆ ਕਿਸਮਤ ਤੇ ਭਰੋਸਾ, ਤਾਂ ਉਹ ਲੋਕ ਕਰਦੇ ਆ ਕਿ ਜਿਨ੍ਹਾਂ ਕੋਲ ਬ੍ਰੇਨਲੈਸ ਹੋਣਗੇ। ਅਗਰ ਪੁਜਾਰੀ ਤੁਹਾਨੂੰ ਹਰੀ ਜਿਹੜੀ ਤੁਹਾਡੀ ਡਿਮਾਂਡ ਆ ਨਾ ਉਹ ਦੇ ਸਕਦਾ ਆ ਤਾਂ ਉਹਨੂੰ ਮੰਗਣ ਦੀ ਜ਼ਰੂਰਤ ਨਹੀਂ ਉੱਥੇ ਦਾਨ ਦਕਸ਼ਨਾ। ਬਿਲਕੁਲ ਬਿਲਕੁਲ। ਕਿਉਂਕਿ ਇਹ ਲੋਕ ਜਿਹੜੇ ਅਗਰ ਇਹ ਚੀਜ਼ਾਂ ਨੂੰ ਲੋਕਾਂ ਨੂੰ ਅੰਧ ਵਿਸ਼ਵਾਸ ਪਾਉਂਦੇ ਆ, ਅਗਰ ਉਹ ਨਾ ਕਰਨ ਤਾਂ ਉਹਨਾਂ ਦਾ ਘਰ ਨਹੀਂ ਚੱਲ ਸਕਦਾ। ਪਰ ਮਾਨ ਸਾਹਿਬ ਕਈ ਕਹਿੰਦੇ ਕਰਨ ਕਰਾਵਨ ਹਾਰ ਸਵਾਮੀ ਪਹਿਲਾਂ ਲਿਖੀ ਆਈ ਆ ਧਰੋਂ ਹੀ। ਦੇਖੋ ਜੀ, ਮੈਂ ਤਾਂ ਇੱਕ ਵਾਰੀ ਅੱਗੇ ਵੀ ਮੈਂ ਗੱਲ ਕਹੀ ਸੀ ਕਿ ਇੱਕ ਜੇ ਕਿਸਮਤ ਦੇ ਵਿੱਚ ਲਿਖਿਆ ਆ, ਹੁਣ ਕਿਸੇ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਮੰਦਰਾਂ ਦੇ ਵਿੱਚ, ਕੀ ਉਸ ਕਿਸਮਤ ਲਿਖਣ ਵਾਲੇ ਦਾ ਦਿਮਾਗ ਖਰਾਬ ਆ?
ਇਹ ਤਾਂ ਜਿਹੜੇ ਹੈਗੇ ਕਹਿੰਦੇ ਹੱਥ ਨਾ ਪੁੱਜਾ ਥੂ ਕੌੜੀ, ਕਿ ਇਹ ਚੀਜ਼ ਜਿਹੜਾ ਬੰਦਾ ਆਪ ਕੋਈ ਗੱਲ ਨਹੀਂ ਕਰ ਸਕਦਾ ਉਹ ਫਿਰ ਉਹ ਕਿਸਮਤ ਤੇ ਭਰੋਸਾ ਰੱਖਦਾ। ਅਗਰ ਕਿਸਮਤ ਤੇ ਭਰੋਸੇ ਦੇ ਨਾਲ ਚੱਲਦਾ ਦੁਨੀਆ ਚੱਲਦੀ ਹੁੰਦੀ ਤਾਂ ਜਿੱਦਾਂ ਤੁਸੀਂ ਦੱਸਿਆ ਕਿਤੇ ਨਾ ਜਿਹੜੀ ਬਿਜਲੀ ਆ ਐਡੀਸਨ ਦੀ ਗੱਲ ਕੀਤੀ, ਬਿਜਲੀ ਦਾ ਬਲਬ ਇਹਨੇ ਬਣਾਇਆ। ਹਾਂਜੀ, ਔਰ ਜਿਹੜੇ ਐਰੋਪਲੇਨ ਬਣਾਇਆ ਬੰਦੇ ਨੇ ਪਹਿਲਾਂ ਪੈਰਾਂ ਨਾਲ ਸਾਈਕਲ ਬਣਾਇਆ, ਫਿਰ ਆਹ ਕੀਤਾ, ਕਿੰਨੀ ਕੋਸ਼ਿਸ਼ ਕੀਤੀ ਆ। ਇਸ ਵੇਲੇ ਤੁਸੀਂ ਦੁਨੀਆ ਦੇ ਇਸ ਇੱਕ ਕਿਤੇ ਨਾ ਥਾਂ ਤੋਂ ਕੁਝ ਘੰਟਿਆਂ ਦੇ ਵਿੱਚ ਚੱਲ ਜਾਂਦੇ ਆ। ਇਹ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹ ਲੋਕ ਸਾਡੇ ਲਈ ਭਗਵਾਨ ਬਣੇ ਆ। ਬਿਲਕੁਲ ਬਿਲਕੁਲ ਹਾਂਜੀ, ਤੇ ਬਾਕੀ ਹੋਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਕਿ ਬਿਨਾਂ ਕੋਸ਼ਿਸ਼ ਤੋਂ ਕੁਝ ਨਹੀਂ ਮਿਲਦਾ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਇਨਸਾਨ ਨੂੰ ਕਿਸਮਤ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਔਰ ਆਪਣੀ ਮਿਹਨਤ ਦੇ ਨਾਲ ਹੀ ਕਰਨਾ ਚਾਹੀਦਾ ਜੋ ਕੁਝ ਵੀ ਹੋਣਾ ਆ। ਤੇ ਮੈਂ ਇੱਕ ਬੱਚੇ ਨੂੰ ਦੱਸਿਆ ਸੀ, ਮੈਂ ਕਿਹਾ ਦੇ ਗੱਲ ਸੁਣ, ਇਹ ਜਿਹੜੀ ਤੁਹਾਡੀ ਗੋਲਡਨ ਏਜ ਹੈ ਨਾ 13 ਸਾਲ ਤੋਂ ਲੈ ਕੇ 11 ਸਾਲ ਤੋਂ ਲੈ ਕੇ 14-15 ਸਾਲ ਤੱਕ ਇਹਨੂੰ ਗੋਲਡਨ ਏਜ ਕਹਿੰਦੇ ਆ। ਇਸ ਗੋਲਡਨ ਏਜ ਦੇ ਵਿੱਚ ਜਿਸ ਬੱਚੇ ਨੂੰ ਜਿੱਧਰ ਮਰਜ਼ੀ ਤੁਸੀਂ ਮੋੜਨਾ ਚਾਹੋ ਮੁੜ ਸਕਦਾ, ਕਿ ਜਦੋਂ ਇਸ ਏਜ ਤੋਂ ਅੱਗੇ ਲੰਘ ਗਿਆ ਫਿਰ ਉਹ ਨਹੀਂ ਮੁੜ ਸਕਦਾ ਹੈਗਾ। ਪਹਿਲੀ ਤਾਂ ਗੱਲ ਹੈ ਜੇ ਤੁਸੀਂ ਉਹੀ 4 ਸਾਲ ਆਪਣੀ ਮਿਹਨਤ ਕਰਕੇ ਡਿਗਰੀ ਪ੍ਰਾਪਤ ਕਰ ਲਓਗੇ ਤਾਂ 40 ਸਾਲ ਤੁਸੀਂ ਕਿਤੇ ਨਾ ਐਸ਼ ਕਰੋਗੇ, ਠੀਕ ਹੈ, ਅੱਛੀ ਨੌਕਰੀ ਪਾ ਕੇ। ਜੇ ਉਹੀ ਬੱਚਾ ਉਹ 4 ਸਾਲ ਬਾਹਰ ਘੁੰਮਦਾ ਫਿਰੇ ਉਹ 40 ਸਾਲ ਧੱਕੇ ਖਾਂਦਾ। ਇਹ ਹੈ ਕੋਸ਼ਿਸ਼ ਦਾ ਨਤੀਜਾ। ਤੇ ਬਾਕੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਕੋਸ਼ਿਸ਼ ਦੇਖੋ ਕਿਤੇ ਨਾ ਇੱਕ ਪੱਖਾ ਹੈਗਾ, ਜੇ ਤੁਸੀਂ ਪੱਖੇ ਨੂੰ ਹਿਲਾਈ ਜਾਓ ਤਾਂ ਹੀ ਹਵਾ ਆਉਣੀ ਆ। ਜੇ ਪੱਖਾ ਏਦਾਂ ਹੀ ਖੜਾ ਕਰੋ ਤਾਂ ਫਿਰ ਉਹ ਹਵਾ ਨਹੀਂ ਆਉਣੀ ਤੁਹਾਨੂੰ। ਤੇ ਇਸ ਕਰਕੇ ਕੋਸ਼ਿਸ਼ ਕਰਨੀ ਪੈਂਦੀ ਆ। ਜਿਹੜਾ ਪੈਸਾ ਵੀ ਆ ਉਹ ਤੁਹਾਡੀ ਕਮਾਈ ਦੇ ਨਾਲ, ਤੁਹਾਡੀ ਨੌਲੇਜ ਨਾਲ ਤੁਹਾਡੇ ਕੋਲ ਆਉਣਾ, ਬੈਠਿਆਂ ਤੇ ਕਦੇ ਨਹੀਂ ਆ ਸਕਦਾ। ਤਾਂ ਇਹ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਤੁਹਾਡਾ ਸਬਜੈਕਟ ਹੁੰਦਾ ਹਮੇਸ਼ਾ ਬਹੁਤ ਅੱਛੇ ਹੁੰਦੇ। ਥੈਂਕ ਯੂ ਕੋਸ਼ਿਸ਼ ਜ਼ਰੂਰ ਚਾਹੀਦੀ ਬਸ। ਥੈਂਕ ਯੂ ਮਾਨ ਸਾਹਿਬ। ਓਕੇ ਜੀ, ਥੈਂਕ ਯੂ ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਂਝੇ ਕੀਤੇ। ਤੁਸੀਂ ਵੀ ਟੈਲੀਫੋਨ ਕਾਲ ਕਰ ਸਕਦੇ ਹੈਗੇ 0300 770 2246 ਤੇ ਜੇ ਬਰਤਾਨੀਆ ਤੋਂ ਬਾਹਰ ਤੋਂ ਕਰ ਰਹੇ ਤਾਂ ਫਿਰ 0044 ਨੰਬਰ ਲਾਉਣਾ ਪਊਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਜਗਦੀਸ਼ ਸਿੰਘ ਗਲਾਸਕੋ ਸਕਾਟਲੈਂਡ ਤੋਂ ਬੋਲਦਾ ਜੀ। ਜਗਦੀਸ਼ ਜੀ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਕਸੈਸ ਬਾਰੇ? ਸੀਕ੍ਰੇਟ ਕੀ ਹੈ ਇਹਦੇ? ਹਾਂਜੀ, ਦੇਖੋ ਹਰੇਕ ਬੰਦਾ ਚਾਹੁੰਦਾ ਹੈਗਾ ਕਿ ਮੈਨੂੰ ਵੱਧ ਤੋਂ ਵੱਧ ਸਫਲਤਾ ਮਿਲੇ। ਸਫਲਤਾ ਇੱਕ ਐਸੀ ਕੁੰਜੀ ਹੈ, ਇੱਕ ਵਾਰੀ ਤਾਲਾ ਖੁੱਲ ਜਾਵੇ ਤਾਂ ਉਹ ਫਿਰ ਸਕਸੈਸ ਜਿਹੜੀ ਨਾ ਲੀਡਸ ਟੂ ਮੋਰ ਸਕਸੈਸ। ਹਾਂਜੀ। ਬਚਪਨ ਤੋਂ ਹੀ ਲਗਨ ਹੋਵੇ ਬੰਦੇ ਦੇ ਵਿੱਚ, ਮੈਂ ਕੁਝ ਬਣਨਾ। ਜਿਹੜਾ ਬਚਪਨ ਤੇ ਢੇਰੀ ਢਾ ਕੇ ਬੈਠਾ ਵੀ ਮੈਂ ਕੁਝ ਵੀ ਨਹੀਂ ਕਰਨਾ ਹੈਗਾ, ਤੇ ਉਹ ਜਿਵੇਂ ਹੁਣ ਵੀਰ ਜੀ ਹੁਣੀ ਕਹਿ ਕੇ ਹਟਿਆ ਵੀ ਕੋਸ਼ਿਸ਼ ਕਰੀ ਜਾਣੀ ਚਾਹੀਦੀ ਆ। ਅੱਛਾ, ਜਿਹੜੀ ਸਫਲਤਾ, ਕਾਮਯਾਬੀ, ਸਕਸੈਸ, ਇਹਦੇ ਬਾਰੇ ਅੱਗੇ ਵੀ ਇੱਕ ਦਿਨ ਮੈਂ ਇੱਕ ਲਾਈਨ ਤੁਹਾਨੂੰ ਪੜ੍ਹ ਕੇ ਸੁਣਾਈ ਸੀ। ਕਾਮਯਾਬ ਇਸ ਜੱਗ ਤੇ ਕੋਈ ਰੋਂਦੂ ਕਦੇ ਨਾ ਹੋਇਆ ਹੈ। ਜਿਹੜੀ ਸ਼ਖਸੀਅਤ ਜਿਹੜੀ ਤੁਹਾਡੀ ਹੈ ਨਾ ਉਹ ਪਲੇਜ਼ੈਂਟ ਹੋਣੀ ਚਾਹੀਦੀ ਹੈ। ਉਹਦੇ ਵਿੱਚ ਤੁਸੀਂ ਲਾ ਲਓ ਸਖਤ ਮਿਹਨਤ ਹੋਵੇ, ਤੁਹਾਡਾ ਸੁਹਿਰਦ ਸੁਭਾਅ ਹੋਵੇ, ਦਿਆਲੂ ਪ੍ਰਵਿਰਤੀ ਹੋਵੇ, ਨਿਮਰਤਾ ਹੋਵੇ। ਇਹਨਾਂ ਚੀਜ਼ਾਂ ਨਾਲ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਗਿਆਨੀ ਹੋ। ਜਿਵੇਂ ਕਹਿੰਦੇ ਨਾ ਨਿਊਰੋ ਟਰਾਂਸਮਿਟਰਸ ਤੁਹਾਡੇ ਬ੍ਰੇਨ ਦੇ ਵਿੱਚ ਹੁੰਦੇ ਆ, ਉਹ ਕੈਮੀਕਲ ਪ੍ਰੋਡਿਊਸ ਕਰਦੇ ਜਿਹਦੇ ਨਾਲ ਪ੍ਰੀ ਡਿਸਪੋਜੀਸ਼ਨ ਯਾਨੀ ਪੂਰਵ ਵ੍ਰਿਤੀ ਜਿਹੜੀ ਨਾ ਉਹ ਬੰਦੇ ਦੀ ਚਾਲੂ ਰਹਿੰਦੀ ਹੈ। ਔਰ ਸਚਿਆਰ ਮਨੁੱਖ ਬਣਨ ਦਾ ਇਹ ਇੱਕ ਸਾਧਨ ਹੈ। ਤੇ ਇੱਕ ਬੰਦੇ ਨੂੰ ਮੈਂ ਜਾਣਦਾ ਜਿਹਦੇ ਵਿੱਚ ਇਹ ਸਾਰੀਆਂ ਖੂਬੀਆਂ ਹੈਗੀਆਂ, ਤੇ ਜੇ ਉਹਦਾ ਮੈਂ ਨਾਂ ਲੈ ਦੇਵਾਂ ਤਾਂ ਤੁਸੀਂ ਬੁਰਾ ਨਾ ਮੰਨਿਓ। ਤੇ ਉਹ ਸਫਲਤਾ ਦੀ ਪੌੜੀ ਚੜ੍ਹਦਾ ਹੀ ਚਲਾ ਗਿਆ। ਉਹਦਾ ਨਾਮ ਹੈ ਡਾਕਟਰ ਹਰੀਸ਼ ਮਲਹੋਤਰਾ। ਨਹੀਂ, ਮੈਂ ਕਿੱਥੇ ਜੀ, ਮੈਂ ਤਾਂ ਹੰਬਲ ਬੰਦਾ ਹੈਗਾ, ਜੋ ਵੀ ਕੁਛ ਕੀਤਾ ਮੈਨੂੰ ਚੰਗਾ ਲੱਗਿਆ ਮੈਂ ਕਹਿਤਾ। ਤੁਸੀਂ ਵੀ ਮਾਈਂਡ ਨਹੀਂ ਕਰਨਾ, ਔਰ ਜਿੰਨੇ ਆਪਣੇ ਸੁਣਨ ਵਾਲੇ ਸਰੋਤੇ ਹੈਗੇ ਉਹਨਾਂ ਨੂੰ ਸਭ ਨੂੰ ਪਤਾ ਹੈ ਜੋ ਮੈਂ ਕਿਹਾ ਉਹ ਬਿਲਕੁਲ ਸੱਚ ਹੈ। ਤੁਹਾਨੂੰ ਬਚਪਨ ਤੋਂ ਹੀ ਲਗਨ ਸੀ। ਤੇ ਇੱਕ ਮੈਂ ਤੁਹਾਡੀ ਤਸਵੀਰ ਵੀ ਦੇਖੀ ਸੀ ਮੁਹੰਮਦ ਰਫੀ ਦੇ ਬਰਾਬਰ ਟੰਗੀ ਹੋਈ। ਹੁਣ ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸ਼ਖਸੀਅਤ ਸੀ ਤੇ ਤੁਸੀਂ ਕੋਈ ਯੋਗਦਾਨ ਪਾਇਆ ਹੋਇਆ ਸੀਗਾ, ਕੋਈ ਤੁਹਾਡੀ ਸਕਸੈਸ ਸੀਗੀ, ਤੁਹਾਡੀ ਸਫਲਤਾ ਸੀ, ਕਾਮਯਾਬੀ ਸੀ, ਇਸੇ ਕਰਕੇ ਤੁਹਾਨੂੰ ਇੰਨਾ ਸਨਮਾਨਿਤ ਉੱਥੇ ਇੰਡੀਆ 'ਚ ਵੀ ਕੀਤਾ ਜਾਂਦਾ, ਇੱਥੇ ਵੀ ਤੁਹਾਡੇ ਜਿਹੜੀਆਂ ਕਿਤਾਬਾਂ ਤੁਸੀਂ ਲਿਖੀਆਂ ਔਰ ਤੁਹਾਡੇ ਇੰਨੇ ਸੋਹਣੇ ਪ੍ਰੋਗਰਾਮ ਹੁੰਦੇ ਆ। ਅਸੀਂ ਕਦੋਂ ਉਡੀਕਦੇ ਹੁੰਦੇ ਹਾਂ ਵੀ ਮੰਗਲਵਾਰ ਆਵੇ 7 ਵਜੇ ਨੂੰ ਐਨ ਆਪਣਾ ਪ੍ਰੋਗਰਾਮ ਸੈੱਟ ਰੱਖੀਏ, ਚਾਹ ਦਾ ਕੱਪ ਬਣਾ ਕੇ ਕੋਲ ਰੱਖਿਆ ਹੋਵੇ
ਤੇ ਤੁਹਾਡੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣੀਏ ਔਰ ਥੋੜਾ ਬਹੁਤ ਯੋਗਦਾਨ ਦੀ ਕੋਸ਼ਿਸ਼ ਕਰੀਏ। ਇੱਕ ਛੋਟੀ ਜਿਹੀ ਗੱਲ ਜਾਣ ਤੋਂ ਪਹਿਲਾਂ ਮੈਂ ਕਹੂੰਗਾ ਇੱਕ ਮਨੋਰੰਜਨ ਵੀ ਹੋ ਜਾਣਾ ਚਾਹੀਦਾ। ਜਿਹੜੀ ਸਫਲਤਾ ਹੈ ਨਾ ਉਹ ਚੰਗੀ ਨੀਅਤ ਨਾਲ ਹੋਣੀ ਚਾਹੀਦੀ ਹੈ, ਉਹਦਾ ਅਸਰ ਦੂਜਿਆਂ ਤੇ ਚੰਗਾ ਪੈਂਦਾ। ਜਿਹੜੀ ਮਾੜੀ ਨੀਤ ਦੀ ਸਫਲਤਾ ਨਾ ਅਗਰ ਤੁਹਾਡਾ ਮੰਤਵ ਹੀ ਪੁੱਠੇ ਪਾਸੇ ਨੂੰ ਹੈ ਉਹ ਫਿਰ ਤੁਹਾਨੂੰ ਲੈ ਬਹਿੰਦੀ ਹੈ। ਮੈਂ ਤੁਹਾਨੂੰ ਗੱਲ ਦੱਸਦਾ ਵੀ ਇੱਕ ਬੰਦਾ ਸੀਗਾ, ਉਹਦਾ ਇੱਕ ਲੜਕੀ ਨਾਲ ਪਿਆਰ ਸੀ ਪਿੰਡ ਵਿੱਚ ਇੱਕ ਮੰਦਿਰ ਵੀ ਸੀ। ਉਹ ਲੜਕੀ ਦੀਵਾ ਜਗਾ ਕੇ ਜਾਇਆ ਕਰੇ ਰਾਤ ਨੂੰ ਤੇ ਉਹ ਬੁਝਾ ਜਾਇਆ ਕਰੇ। ਅੱਛਾ, ਹੁਣ ਉਹਦੀ ਜਿਹੜੀ ਨਾ ਲਗਨ ਸੀਗੀ ਉਹ ਇਹ ਸੀਗੀ ਕਿ ਰੋਜ਼ ਮੰਦਿਰ ਜਾਂਦਾ ਸੀਗਾ, ਲੇਕਿਨ ਚੰਗੀ ਨੀਤ ਨਾਲ ਨਹੀਂ ਜਾਂਦਾ ਸੀਗਾ। ਇੱਕ ਦਿਨ ਕੀ ਹੋਇਆ, ਉਹ ਜਿਹੜੀ ਲੜਕੀ ਸੀ ਉੱਥੇ ਨਹੀਂ ਗਈ ਕਿ ਉਦੋਂ ਮੀਂਹ ਪੈਂਦਾ ਸੀ, ਹਨੇਰੀ ਵਗਦੀ ਸੀ। ਉਹ ਕਹਿੰਦੇ ਦੀਵਾ ਦਾ ਬੁੱਝ ਜਾਣਾ ਫਾਇਦਾ ਕੋਈ ਨਹੀਂ, ਲੇਕਿਨ ਉਹ ਚਲਾ ਗਿਆ। ਹੁਣ ਮਨੋਰੰਜਨ ਇਹ ਹੈ ਕਿ ਦੇਵੀ ਪ੍ਰਗਟ ਹੋ ਗਈ, ਭਾਈ ਵੀ ਤੂੰ ਤਾਂ ਵੀ ਆਪਣਾ ਨੇਮ ਨਹੀਂ ਤੋੜਿਆ, ਤੂੰ ਆਇਆ ਜ਼ਰੂਰ ਹੈ। ਤਾਂ ਦੇਖੋ ਹੁਣ ਮਿਲਦਾ ਕੀ ਹੈ। ਉਹ ਕਹਿੰਦਾ ਦੇਵੀ ਮਾਂ ਮੈਂ ਇਹੋ ਜਿਹਾ ਹੋਵਾਂ ਮੇਰੇ ਵਰਗਾ ਪਿੰਡ 'ਚ ਹੋਰ ਕੋਈ ਨਾ ਹੋਵੇ। ਉਹਨੇ ਲਫ਼ਜ਼ ਜਿਹੜੇ ਇਸਤੇਮਾਲ ਕੀਤੇ, ਪ੍ਰਯੋਗ ਕੀਤਾ, ਤੇ ਉਹਦੇ ਨਾਲ ਕੀ ਹੋਇਆ, ਦੇਵੀ ਮਾਂ ਨੇ ਉਹਦਾ ਆਸ਼ੀਰਵਾਦ ਉਹਨੂੰ ਦੇਤਾ। ਉਹਦਾ ਜਿਹੜੀ ਕਿਤੇ ਵਿਸ਼ ਟਰੂ ਹੋ ਗਈ ਤੇ ਉਹਦੇ ਸਿਰ ਤੇ ਸਿੰਘ ਹੋ ਗਿਆ ਜੀ, ਉਹਦੇ ਬੜੇ ਬੜੇ ਦੰਦ ਹੋ ਗਏ ਜੀ। ਪਿੰਡ 'ਚ ਵੜਦਿਆਂ ਨੇ ਲੋਕਾਂ ਨੇ ਰੋੜੇ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ। ਕਹਿਣ ਦਾ ਮਤਲਬ ਇਹ ਹੈ ਕਿ ਨੀਤ ਚੰਗੀ ਹੋਵੇ, ਸਫਲਤਾ ਹੋਵੇ, ਉਹ ਦੂਜਿਆਂ ਦਾ ਭਲਾ ਕਰਦਾ ਹੋਵੇ ਬੰਦਾ। ਥੈਂਕ ਯੂ ਜਗਦੀਸ਼ ਜੀ। ਬਸ ਇੰਨਾ ਕਹਿੰਦੇ ਹੋਏ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੂੰਗਾ। ਥੈਂਕ ਯੂ ਵੀਰ ਜੀ। ਤੁਹਾਡਾ ਬਹੁਤ ਸ਼ਾਨਦਾਰ ਹੈ ਤੇ ਰੱਬ ਤੁਹਾਨੂੰ ਹੋਰ ਵੀ ਸਫਲਤਾ ਦੇਵੇ। ਥੈਂਕ ਯੂ ਜੀ, ਥੈਂਕ ਯੂ ਮੇਰੇ ਵੀਰ। ਇਹ ਤਾਂ ਜੀ ਮੇਰੇ ਵੀਰ ਜਗਦੀਸ਼ ਸਿੰਘ ਹੁਣੀ ਜਿਹੜੇ ਗਲਾਸਗੋ ਤੋਂ ਟੈਲੀਫੋਨ ਕੀਤਾ। ਤੇ ਜਿਸ ਉਹ ਫੋਟੋ ਜ਼ਿਕਰ ਕਰ ਰਿਹਾ ਸੀ ਉਹਦਾ ਮੈਨੂੰ ਪਤਾ ਵੀ ਨਹੀਂ ਸੀ। ਉੱਥੇ ਲਾਂਬੜਾ ਹੈਰੀਟੇਜ ਦੇ ਵਿੱਚ ਉਹਨਾਂ ਨੇ ਮੇਰੀ ਫੋਟੋ ਲਾਈ ਤੇ ਮੈਨੂੰ ਕਿਸੇ ਮੇਰੇ ਵੈਲ ਵਿਸ਼ਰ ਨੇ ਉਹ ਭੇਜੀ ਤੇ ਦੈਟ ਵਾਜ਼ ਆਈ ਵਾਜ਼ ਹੰਬਲਡ। ਉੱਥੇ ਉਹਨਾਂ ਨੇ ਰਫੀ ਸਾਹਿਬ ਦੇ ਨਾਲ ਜਾਣੀ ਕਿ ਮੇਰੀ ਫੋਟੋ ਲਾਈ ਹੈ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਲਾਈ ਹੈ। ਖੈਰ ਐਨੀਵੇ, ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਵੈਲਕਮ ਹੈ ਜੀ। ਨਮਸਕਾਰ ਡਾਕਟਰ ਸਾਹਿਬ। हाँ जी, सुमन साहब की कहना चाहोगे सफलता बारे? सफलता बारे, दैट्स गुड डॉक्टर साहब। ऐसे इस सब्जेक्ट पे हाँ जी, क्योंकि मैं बहुत लंबा टाइम मैं स्मोक च रहन करके हाँ मैं इत्थों लोगों नूं रैग्स तो रिचेस होंदे देखिया। वाह वाह, अच्छा। और रिचेस तो मैं रैग्स होंदे देखिया। हाँ 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 हाँ, एक आधी एग्जांपल नहीं, पता नहीं सैकड़े लोग मेरे दिमाग च घूम रहे ने। हाँ हाँ हाँ, और सक्सेस का जो मेजरमेंट है वो आपो अपना है। हाँ बिल्कुल बिल्कुल, यू राइट, यस यस। तुसी किसी एंगल तो सक्सेस देख रहे हैं, कोई पैसे तो, कोई लाभ तो, कोई सेहत तो, कोई बिजनेस तो, हर इंसान का आपो अपना एंगल है। बिल्कुल बिल्कुल। और मैं थोड़ा ये दसदा कि डॉक्टर साहब मेरे एक रिश्तेदार फ्रेंड भी बहुत अच्छे आ। हाँ हाँ, इंडिया च है। हाँ हाँ, उन्होंने मैं लाइफ स्टोरी पढ़ी, सारे लोग जानते हैं उन्होंने, मैं ना नहीं लूंगा। नहीं कोई नहीं, ठीक है। वो एडवोकेट है बाय प्रोफेशन। हाँ हाँ, मेरे माँ बाप की तरह खेत मजदूर ਉਹਦੇ ਮਾਪੇ ਸਨ। ਜ਼ਿੰਦਗੀ 'ਚ ਬਹੁਤ ਤਕਲੀਫਾਂ ਝੇਲੀਆਂ ਔਰ ਬਹੁਤ ਸਾਰੇ जद्दोजहद के मुताबिक कई दफा पुलिस से भी कुटमार खाधी और उन्हें रक्षा पा के LLB की थी। वाह वाह, अज वो बहुत सालों तो एडवोकेट ने फगवाड़े दे विच। उन्होंने कोई कहते उन्होंने कोई बिल्डिंग नहीं बनाई जिदा उस पर वाइफ उन्होंने जी वो भी टीचर है स्कूल दे विच, वो MA पास है, आप LLB आ। और उन्होंने उस रीजनेबल तरीके रिहायश वास्ते अपना एक माड़ जा घर बनाया, कोई बहुत बड़ी कोठियां नहीं, कारा नहीं खड़ियां है। ठीक है ठीक है ठीक है। लेकिन उन्होंने दो मुंडे उन्होंने वो दोने उन्होंने जज तक पढ़ाया। वाह वाह। और उन्होंने दोने नौहां जड़ियां हैगियां वो दोने जज आ। वो कहंदा रैग टू रिच, वो कहंदा भी कख तो लाखिया मैं। उन्हें खुद कहा कि एक आदमी मैं कख तो लाखिया अज। ਉਹਦੇ ਕਹਿਣ ਦਾ ਮਤਲਬ ਤੁਸੀਂ ਸੋਚ ਸਕਦੇ ਆ ਕਿ ਵੀ ਜਿਸ ਘਰ ਵਿੱਚ दो लड़के आ, दो नौहां और 40 पंजाब दे विच जज आ, तो एडू बड़ी सक्सेस स्टोरी थानू किते मिल सकदी है। बिल्कुल बिल्कुल, एडू बड़ी यानी कुर्बानी, डेडिकेशन, यू नो परसिवरेंस थानू दुनिया च किते मिल सकदी है। वंडरफुल। ज्यादा ना सक्सेस जेडी सक्सेस है ना डॉक्टर साहब, हां हां, ये बनेरे नहीं बैठी। बिल्कुल बिल्कुल बिल्कुल। यू गॉट टू यू नो परसिवरेंस, फोकस, मोटिवेशन, डेडिकेशन और सैक्रिफाइस। बिल्कुल, ये सारिया चीज़ां थानू ये देनी करनियां पैणगियां। और ये सक्सेस है डॉक्टर साहब, वो डिपेंड करती है सक्सेस जी है ना, ये सदा लास्ट नहीं करती। बिल्कुल। इंग्लिश की एक कहावत है डॉक्टर साहब, क्लॉक्स टू क्लॉक्स एंड 3 जनरेशंस। यस।
ਇੱਕ ਹੋਰ ਹੈ ਇੰਗਲਿਸ਼ ਦੀ ਕਹਾਵਤ ਜਿਹੜੀ ਕਿ ਮਤਲਬ ਮੈਂ ਟਾਈਮ ਨਹੀਂ ਹੈਗਾ, ਉਹ ਕਹਿੰਦਾ ਦੀ ਸਲੀਵਸ ਟੂ ਦੀ ਸਲੀਵਸ, ਤੇ ਸ਼ਰਟ ਦੇ ਸਲੀਵਸ ਹੁੰਦੇ ਨਾ, ਦੀ ਸਲੀਵਸ ਟੂ ਸਲੀਵਸ ਐਂਡ 3 ਜਨਰੇਸ਼ਨਸ। ਉਹਦੇ ਕਹਿਣ ਦਾ ਮਤਲਬ ਹੈ ਕਿ ਬਈ ਇੱਕ ਕਲੌਕਸ ਤੋਂ ਮਤਲਬ ਕਿਸੇ ਟਾਈਮ ਦੇ ਡਾਕਟਰ ਜਿਹੜੇ ਮਜ਼ਦੂਰ ਲੋਕ ਸੀ ਨਾ, ਉਹਨਾਂ ਦੇ ਜਿਹੜੇ ਥੱਲੇ ਜੁੱਤੀ ਹੁੰਦੀ ਸੀ ਨਾ, ਉਹਦੀ ਜੁੱਤੀ ਦੇ ਥੱਲੇ ਲੱਕੜੀ ਲੱਗੀ ਹੁੰਦੀ ਸੀਗੀ, ਉਹਦੀ ਲੱਕੜੀ। ਉਹਦਾ ਕਹਿਣ ਦਾ ਮਤਲਬ ਹੈ ਵੀ ਇੱਕ ਆਦਮੀ ਉਸ ਪੋਜੀਸ਼ਨ ਤੋਂ ਉੱਠ ਕੇ ਫਿਰ 3 ਜਨਰੇਸ਼ਨ ਦੇ ਵਿੱਚ ਮੁੜ ਕੇ ਫਿਰ ਉਸੇ ਪੋਜੀਸ਼ਨ 'ਚ ਆ ਜਾਂਦਾ। ਕਹਿਣ ਦਾ ਮਤਲਬ ਜਿਹੜੀ ਸਕਸੈਸ ਹੈ ਡਾਕਟਰ ਸਾਹਿਬ, ਇਹ ਸਦਾ ਲਾਸਟ ਨਹੀਂ ਕਰਦੀ, ਓਨਲੀ ਸਟੇਜ ਫॉर 3 ਜਨਰੇਸ਼ਨ ਇਫ ਯੂ ਕੈਨ ਇਟ। ਪਰ ਜੇ ਤੁਸੀਂ ਸਕਸੈਸ ਆ ਗਈ, ਪੈਸਾ ਆ ਗਿਆ, ਸਭ ਕੁਝ ਆ ਗਿਆ, ਪਰ ਤੁਹਾਡੇ ਕੋਲ ਬ੍ਰੇਨ ਨਹੀਂ ਹੈਗਾ ਉਹਨੂੰ ਸਾਂਭਣ ਵਾਸਤੇ, ਤੇ ਉਹ ਮਤਲਬ ਬਹੁਤ ਜਲਦੀ ਚਲੇ ਜਾਏਗੀ। ਫਿਰ ਉਹ ਜਦੋਂ ਜਿੱਥੋਂ ਨਾ ਸਟਰਗਲ ਦੀ ਮੈਂ ਗੱਲ ਕੀਤੀ ਆ, ਇੱਕ ਡਾਕਟਰ ਮੈਂ ਸੀਰੀਅਸਲੀ ਗੱਲ ਕਰਦਾ, ਮੈਂ ਕੋਈ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੱਕ ਸੀਰੀਅਸਲੀ ਤੁਹਾਨੂੰ ਦੱਸਦਾ ਕਿ ਜਿਹੜਾ ਸ਼ੇਕਸਪੀਅਰ ਸੀ ਨਾ, ਉਹ ਮਤਲਬ ਤੁਹਾਨੂੰ ਪਤਾ ਕਿ ਉਹ 16ਵੀਂ ਸਦੀ ਦੇ ਵਿੱਚ ਬਹੁਤ ਵੱਡਾ ਮਤਲਬ ਇਸ ਮੁਲਕ ਦੇ ਵਿੱਚ ਲਿਟਰੇਚਰ ਦਾ ਮਾਹਰ ਹੋਇਆ, ਜਿਹਨੇ ਬਹੁਤ ਸਾਰੇ ਪਲੇ ਲਿਖੇ ਆ। ਜਿਹੜਾ ਮੈਕਬੈਥ ਸੀ ਨਾ, ਮੈਕਬੈਥ ਉਹਦਾ ਬਹੁਤ ਮਸ਼ਹੂਰ ਸ਼ੇਅਰ ਆ। ਉਹ ਮੈਕਬੈਥ ਆਪਣੀ ਵਾਈਫ ਨੂੰ ਕਹਿੰਦਾ, ਲੇਡੀ ਮੈਕਬੈਥ ਨੂੰ, ਬਈ ਇਫ ਵੀ ਸ਼ੁੱਡ ਫੇਲ, ਜੇ ਆਪਾਂ ਫੇਲ ਹੋ ਜਾਈਏ ਫਿਰ ਕੀ ਕਰਾਂਗੇ? ਉਹ ਕਹਿੰਦੀ ਯੈਸ ਵੀ ਵਿਲ ਫੇਲ। ਪਰ ਉਹ ਨਾਲ ਦੇ ਨਾਲ ਡਾਕਟਰ ਸਾਹਿਬ ਇਹ ਵੀ ਕਹਿੰਦੀ ਆ ਕਿ ਜੇਕਰ ਇਫ ਹੀ ਪੁੱਟ ਦੀ ਨੇਲਸ ਆਫ ਕਰੇਜ on the right place where the sticking places are, then we will succeed। ਉਹਦੇ ਕਹਿਣ ਦਾ ਮਤਲਬ ਮੈਂ ਥੋੜਾ ਪੰਜਾਬੀ ਸਮਝਾ ਦੇਣਾ ਡਾਕਟਰ ਸਾਹਿਬ। ਉਹ ਕਹਿੰਦੀ ਕਿ ਮਤਲਬ ਵੀ ਉਹ ਕਹਿੰਦਾ ਆਪਾਂ ਫੇਲ ਹੋ ਜਾਣਾ ਜ਼ਿੰਦਗੀ 'ਚ, ਉਹ ਕਹਿੰਦੀ ਯੈਸ ਫੇਲ ਹੋ ਜਾਣਾ, ਪਰ ਕਹਿੰਦੀ ਜੇ ਆਪਾਂ ਆਪਣੇ ਰਸਤੇ ਵਿੱਚ ਆਪਣੀ ਸਟਰਗਲ ਦੇ ਵਿੱਚ ਜਿਹੜੀਆਂ ਆਪਣੇ ਹੌਸਲੇ ਦੀਆਂ ਮੇਖਾਂ ਜਿਹੜੀਆਂ ਹੈਗੀਆਂ, ਸਕਰੂ ਜਿਹੜੇ ਆ, ਉਸ ਜਗ੍ਹਾ ਤੇ ਲਾਵਾਂਗੇ ਜਿੱਥੋਂ ਸਕਰੂ ਹਿੱਲਣ ਨਾ, ਤੇ ਫਿਰ ਆਪਾਂ ਡਿੱਗਾਂਗੇ ਨਹੀਂ, ਫਿਰ ਜਿੱਥੇ ਮੰਜ਼ਿਲ ਤੇ ਜਾਣਾ ਆਪਾਂ ਪਹੁੰਚ ਜਾਵਾਂਗੇ। ਵਾਹ ਵਾਹ, ਵੰਡਰਫੁਲ। ਡਾਕਟਰ ਸਾਹਿਬ ਤੁਸੀਂ ਦੇਖਿਆ ਹੋਣਾ ਮਾਊਂਟੇਨ ਚੜ੍ਹਦੇ ਨਾ, ਮਾਊਂਟੇਨ ਤੇ ਇਦਾਂ ਹੀ ਹੈ ਜੀ, ਇਦਾਂ ਹੈ ਤੁਸੀਂ, ਉਹ ਕਿੱਲ ਕਰਦੇ ਆ। ਅਗਰ ਉਹ ਕਿੱਲ ਜਿਹੜਾ ਹੈਗਾ ਸਹੀ ਜਗ੍ਹਾ ਨਹੀਂ ਨਾ ਹੈਗਾ, ਤਾਂ ਤੁਹਾਡੇ ਭਾਰ ਨਾਲ ਡਿੱਗ ਪਏਗਾ। ਬਿਲਕੁਲ ਬਿਲਕੁਲ। You got to pull that kill, on the right place, absolutely, where it can hold your weight। So ਡਾਕਟਰ ਸਾਹਿਬ ਜਿਹੜੀ ਸਕਸੈਸ ਹੈ ਨਾ, ਇਹ ਜ਼ਿੰਦਗੀ ਦੇ ਵਿੱਚ ਆਂਦੀ ਆ, ਲੇਕਿਨ ਤੁਹਾਨੂੰ ਇਹਦੇ ਵਾਸਤੇ ਤੁਹਾਨੂੰ ਸਟਰਗਲ ਕਰਨੀ ਪੈਗੀ, ਡੈਡੀਕੇਸ਼ਨ ਕਰਨੀ ਪੈਗੀ, ਬਹੁਤ ਸਾਰੀਆਂ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਣੀਆਂ, ਔਰ ਆਪਣੇ ਕਰੇਜ ਤੋਂ, ਆਪਣੇ ਦਿਮਾਗ ਤੋਂ ਕੰਮ ਲੈਣਾ ਪਏਗਾ। ਠੀਕ ਹੈ ਜੀ। ਮੈਂ ਵੀ ਕਿਹਾ ਕਿ ਡਾਕਟਰ ਸਾਹਿਬ ਇਹ ਸਕਸੈਸ ਜਿਹੜੀ ਹੈ ਨਾ, ਇਹ ਬਹੁਤ ਦੇਰ ਨਹੀਂ ਰਹਿੰਦੀ, ਇਹਦਾ ਥੋੜਾ ਟਾਈਮ ਹੈ, ਇਹਨੂੰ ਯੂਜ਼ ਕਰਨਾ ਚਾਹੀਦਾ। ਸੋ ਮੇਰਾ ਕਹਿਣਾ ਡਾਕਟਰ ਸਾਹਿਬ ਜਿਹੜੀ ਸਕਸੈਸ ਹੈ ਨਾ, ਇਹ ਤਾਂ ਬਹੁਤ ਟੈਂਪਰੇਰੀ ਆ। ਠੀਕ ਹੈ ਜੀ। ਕੋਈ ਬਹੁਤ ਵੱਡੀ ਗੱਲ ਨਹੀਂ। ਮੈਂ ਇਸ ਟਾਈਮ ਤੇ ਡਾਕਟਰ ਸਾਹਿਬ ਦੇਖਿਆ ਕਿ ਮੈਂ ਆਪਣੇ ਲੋਕ ਜਿਹੜੇ ਕਿ ਕਈ ਅਮੀਰ ਬਣੇ, ਉਹਨਾਂ ਨੂੰ ਮੁੜ ਕੇ ਫੇਰ ਡੇਢੇ ਦੇਖਿਆ। ਪਰ ਮੈਂ ਤੁਹਾਨੂੰ ਡਾਕਟਰ ਸਾਹਿਬ ਇੱਕ ਹੋਰ ਮਿਸਾਲ ਦੇਣਾ, ਸਕਸੈਸ ਪਤਾ ਨਹੀਂ ਪੈਸੇ ਨੂੰ ਵੀ ਕੋਈ ਲੋਕੀ ਸਕਸੈਸ ਸਮਝਦੇ ਆ, ਪਰ ਮੇਰੀ ਨਿਗਾਹ 'ਚ ਉਹ ਸਕਸੈਸ ਨਹੀਂ ਗਈ। ਡਾਕਟਰ ਸਾਹਿਬ ਇੱਕ ਮੇਰੇ ਰਿਸ਼ਤੇਦਾਰ ਨੇ, ਇੱਕ ਲੜਕੀ ਸਾਡੇ ਪਿੰਡ ਤੋਂ ਸੀਗੀ, ਉਹ ਵਿਚਾਰੀ ਪੂਰੀ ਹੋ ਗਈ, ਚੜ੍ਹਦੀ ਗੱਲ ਆ, 3-4 ਸਾਲ ਦੀ ਗੱਲ ਆ, ਤਾਂ ਉਹਦੇ ਮੁੰਡਿਆਂ ਨੇ ਮੈਨੂੰ ਉਹਦੇ ਦਾਗਾ ਦੇ ਸੱਦਿਆ। ਉਹਦਾ ਬਾਪ ਜਿਹੜਾ ਸੀ ਉਹ ਨਿਕੰਮਾ ਸੀਗਾ, ਉਹ ਮੁੰਡੇ ਵੀ ਯੰਗ ਉਮਰ 'ਚ ਨਿਕੰਮੇ ਸੀਗੇ, ਕਦੇ ਪੁਲਿਸ ਨਾਲ ਝਗੜਾ, ਕਿਸੇ ਨਾਲ ਝਗੜਾ, ਪਰ ਕਲੇਵਰ ਸੀਗੇ। ਉਹਨਾਂ ਨੇ ਕੋਈ ਬਿਜ਼ਨਸ ਖੋਲ ਲਿਆ, ਮੈਂ ਨਾਂ ਨਹੀਂ ਲਊਂਗਾ। ਉਹ ਜਿਹੜੀ ਉਹ ਲੜਕੀ ਸੀ ਸਾਡੇ ਪਿੰਡ ਦੀ, ਉਹ ਮਰ ਗਈ, ਉਹਦੇ ਮੈਂ ਦਾਗਾ ਦੇ ਗਿਆ, ਤੇ ਉਹਨਾਂ ਨੇ ਘਰੋਂ ਮਤਲਬ ਵੀਡੀਓ ਫਿਲਮਿੰਗ ਸ਼ੁਰੂ ਕੀਤੀ, ਘੋੜੇ ਲਿਆਂਦੇ, ਕੋਈ 10 ਮੀਲ ਦਾ ਰਸਤਾ ਸੀਗਾ, ਜਿਹੜਾ ਕੋਈ 2 ਘੰਟੇ ਦਾ ਰਸਤਾ ਸੀਗਾ, ਉਹਦੀ ਫਿਲਮਿੰਗ ਕੀਤੀ ਗਈ, ਘੋੜੇ ਬਦਲੇ ਗਏ ਰਾਸਤੇ ਵਿੱਚ, ਕਿਉਂਕਿ ਲੰਬਾ ਰਸਤਾ ਸੀਗਾ। ਜਦ ਡਾਕਟਰ ਸਾਹਿਬ ਜੀ ਉੱਥੇ ਪਹੁੰਚੇ ਤਾਂ ਮੈਂ ਦੇਖਿਆ ਕਿ 2 ਪੁਲਿਸਮੈਨ ਇੱਕ ਵੱਡੇ ਲੰਬੇ ਸਾਰੇ ਮੁੰਡੇ ਨੂੰ ਨਾਲ ਲੈ ਕੇ ਆ ਰਹੇ ਆ, ਉਹਦੀ ਕੜੀਆਂ ਜਿਹੜੀਆਂ ਕੜੀਆਂ ਹਨ ਨਾ, ਉਹਨਾਂ ਨੂੰ ਲੱਗੀ ਹੋਈਆਂ, ਉਹਨੂੰ। ਮੈਂ ਕਿਹਾ ਇਹ ਕੌਣ ਆ? ਇਹ ਕਹਿੰਦੀ ਉਹ ਵੱਡਾ ਮੁੰਡਾ ਹੈਗਾ, ਇਹ ਕੈਦ 'ਚ ਆ, ਉਹ ਕੈਦ ਵਿੱਚ ਅੱਜ ਦਾਗਾ ਵਾਸਤੇ ਉਹਨੂੰ ਲਿਆਂਦਾ ਹੈਗਾ। ਮੈਂ ਕਿਹਾ ਇਹ ਕਾਹਦੇ ਨੂੰ ਲਿਆਂਦਾ? ਇਹ ਕਹਿੰਦਾ ਇਹਨੂੰ 15 ਸਾਲ ਦੀ ਕੈਦ ਹੋਈ ਹੈ, ਆਪਣੀ ਤੀਵੀਂ ਨੂੰ ਮਾਰਨ ਲੱਗਾ ਸੀਗਾ। ਠੀਕ ਹੈ ਸੁਮਨ ਸਾਹਿਬ, ਟਾਈਮ ਖਤਮ ਹੋ ਗਿਆ। ਥੈਂਕ ਯੂ ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਸੁਮਨ ਸਾਹਿਬ, ਹਰਭਜਨ ਸੁਮਨ ਹੋਣੀ। ਅਗਲੇ ਹਫ਼ਤੇ ਕੋਈ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ। ਅਗਲੇ ਹਫ਼ਤੇ ਪਾਸ਼ ਤੇ ਭਗਤ ਸਿੰਘ ਬਾਰੇ ਪ੍ਰੋਗਰਾਮ ਕਰਾਂਗੇ, ਸਿੰਦਰ ਧੰਜਲ ਦੇ ਨਾਲ, ਜਿਹੜੇ ਕਿ ਕੈਨੇਡਾ ਵਿੱਚ ਪ੍ਰੋਫੈਸਰ ਹੈਗੇ ਆ, ਉਹਨਾਂ ਨਾਲ ਪ੍ਰੋਗਰਾਮ ਕਰਾਂਗੇ ਆਪਾਂ 7 ਤੋਂ ਲੈ ਕੇ 8 ਵਜੇ ਤੱਕ ਜਿਹੜਾ ਹੈਗਾ। ਅਤੇ ਮੈਨੂੰ ਇੱਥੇ ਇਜਾਜ਼ਤ ਤੁਸੀਂ ਦਿਓ। ਤੁਹਾਡੇ ਸਾਰੇ ਕੰਟਰੀਬਿਊਟਰਸ ਦਾ, ਜਿਨ੍ਹਾਂ ਨੇ ਕਾਲਸ ਕੀਤੀਆਂ, ਬਹੁਤ ਬਹੁਤ ਧੰਨਵਾਦੀ। ਜਿਨ੍ਹਾਂ ਦੀ ਮੈਂ ਕਾਲਸ ਨਹੀਂ ਲੈ ਸਕਿਆ, ਉਹਨਾਂ ਤੋਂ ਮੈਂ ਹੁਣ ਤੋਂ ਹੀ ਮਾਫੀ ਮੰਗਦਾ, ਕਿਉਂਕਿ ਆਪਾਂ ਕਿਤਾਬ ਇਹ ਫਿਨਿਸ਼ ਕਰ ਲਈ ਹੈ। ਫਿਰ ਜਿਹੜਾ ਹੈਗਾ ਛੇਤੀ ਅਗਲੇ ਹਫ਼ਤੇ ਤੋਂ ਬਾਅਦ ਜਿਹੜੀ ਹੈਗੀ ਹੈ ਇੱਕ ਨਵੀਂ ਕਿਤਾਬ ਆਪਾਂ ਸ਼ੁਰੂ ਕਰਾਂਗੇ।
ਤੁਹਾਡੇ ਸੁਜੈਸ਼ਨ ਦੀ ਮੈਨੂੰ ਸਦਾ ਜ਼ਰੂਰਤ ਰਹਿੰਦੀ ਹੈ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਦੇ ਹੈਗੇ ਜ਼ਰੂਰ ਦੱਸਣਾ, ਤਾਂ ਕਿ ਇਹਨੂੰ ਆਪਾਂ ਹੋਰ ਇੰਪਰੂਵ ਯਾਨੀ ਕਿ ਕਰ ਸਕੀਏ ਜਿੱਥੋਂ ਤੁਹਾਨੂੰ ਲੱਗਦਾ, ਜਿੱਥੇ ਯਾਨੀ ਕਿ ਤੁਹਾਨੂੰ ਲੱਗਦਾ ਲੈ ਵੀ ਹਾਂ ਵੀ ਨਹੀਂ ਇੱਥੇ ਇੱਦਾਂ ਹੈਗਾ ਜਾਂ ਉੱਦਾਂ ਚਾਹੀਦੀ ਸੀ, ਉਹਦੇ ਬਾਰੇ ਵੀ ਜ਼ਰੂਰ ਦੱਸੋ। ਥੈਂਕ ਯੂ ਵੈਰੀ ਮਚ, ਹੈਵ ਅ ਗੁੱਡ ਡੇ, ਬੈਸਟ ਵਿਸ਼ੇਜ਼, ਸੀ ਯੂ ਨੈਕਸਟ ਵੀਕ, ਥੈਂਕ ਯੂ।